जय मसीह दी सारे भैन भरावां ਨੂੰ गॉड ब्लैस यू। ਅੱਜ ਕਿੰਨਾ ਬਰਕਤ ਵਾਲਾ ਦਿਨ ਹੈਗਾ ਆ। ਸੋ ਐਸੀ ਬਰਕਤ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਾਰੀਆਂ ਮਾਵਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਹੈਗਾ ਆ। ਹੈਪੀ ਮਦਰਸ ਡੇ ਸਾਰਿਆਂ ਨੂੰ। ਗॉड ਬਲੈਸ ਯੂ। ਪਰਮੇਸ਼ਰ ਤੁਹਾਨੂੰ ਸਭ ਨੂੰ ਬਰਕਤ ਦੇਵੇ। ਮੈਨੂੰ ਯਾਦ ਆਇਆ ਕਿ ਬਹੁਤ ਸਮਾਂ ਪਹਿਲਾਂ ਮੈਂ ਇੱਕ ਸੁਨੇਹਾ ਸਾਂਝਾ ਕੀਤਾ ਸੀਗਾ ਤੇ ਮਾਵਾਂ ਦੇ ਬਾਰੇ ਤੇ ਪਰਮੇਸ਼ਰ ਦੇ ਬਾਰੇ ਕਿ ਮਾਵਾਂ ਦੇ ਵਿੱਚ ਸਾਨੂੰ ਕਿਹੜੀਆਂ ਪਰਮੇਸ਼ਰ ਦੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ। ਤੇ ਮੈਨੂੰ ਚੇਤੇ ਆ ਰਿਹਾ ਤੇ ਇੱਕ ਖਾਸੀਅਤ ਜਿਹੜੀ ਮਾਵਾਂ ਦੀ ਹੈਗੀ ਹੈ ਕਿ ਹਮੇਸ਼ਾ ਕੁਝ ਵੀ ਹੋ ਜੇ ਲੇਕਿਨ ਆਪਣੇ ਬੱਚਿਆਂ ਦੇ ਲਈ ਲਗਾਤਾਰ ਦੁਆਵਾਂ ਕਰਦੀਆਂ ਰਹਿੰਦੀਆਂ ਨੇ। ਸੋ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹੈਗਾ ਸਾਰੀਆਂ ਮਾਵਾਂ ਦਾ ਤੇ ਸਾਰਿਆਂ ਤੇ ਪਰਮੇਸ਼ਰ ਦਾ ਆਸ਼ੀਰਵਾਦ ਬਣਿਆ ਰਹੇ। ਤੇ ਯਾਦ ਰੱਖੋ ਮਾਮੋ ਕਿ ਉਹ ਦਿਨ ਚੇਤੇ ਰੱਖੋ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਡੈਡੀਕੇਟ ਕੀਤਾ ਸੀਗਾ ਪਰਮੇਸ਼ਰ ਦੇ ਸਾਹਮਣੇ ਤੇ ਪ੍ਰਭੂ ਦੇ ਅੱਗੇ ਇਹੀ ਬੇਨਤੀ ਕੀਤੀ ਸੀਗੀ ਕਿ ਆਪਾਂ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਵਚਨਾਂ ਦੇ ਮੁਤਾਬਿਕ ਵੱਡੇ ਕਰਨਾ ਹੈਗਾ ਆ। ਸੋ ਮੇਰੀ ਇਹੀ ਪ੍ਰੇਰ ਹੈ ਕਿ ਤੁਹਾਡੀਆਂ ਦਿਲ ਦੀਆਂ ਮੁਰਾਦਾਂ ਪੂਰੀਆਂ ਹੋਣ। ਆਮੇਨ। ਤੇ ਤੁਹਾਡਾ ਪਰਿਵਾਰ ਤਰੱਕੀ ਕਰ ਸਕੇ, ਬਰਕਤ ਪ੍ਰਾਪਤ ਕਰ ਸਕੇ। ਆਮੇਨ। ਗॉड ਬਲੈਸ ਯੂ। ਕੰਗ੍ਰੈਚੁਲੇਸ਼ਨਸ ਇੱਕ ਵਾਰ ਫਿਰ ਮੇਰੇ ਪੂਰੇ ਦਿਲੋਂ ਸਾਰੀਆਂ ਮਾਵਾਂ ਨੂੰ। ਆਮੇਨ। ਤੇ ਆ ਹੋਣੇ ਦੇ ਨਾਲ ਹੀ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਸਿੱਧਾ ਜਾਵਾਂਗੇ ਤੇ ਇੱਕ ਬੇਨਤੀ ਕਰਾਂਗੇ ਕਿ ਪਰਮੇਸ਼ਰ ਅੱਜ ਦੇ ਵਚਨ ਨੂੰ ਬਰਕਤ ਦੇਵੇ। ਤੇ ਜਿੱਥੇ ਵੀ ਤੁਸੀਂ ਬੈਠੇ ਹੈਗੇ ਆਪਣੀਆਂ ਅੱਖਾਂ ਬੰਦ ਕਰ ਸਕਦੇ ਹੋ, ਆਪਣੇ ਦਿਲਾਂ 'ਚ ਹੱਥ ਰੱਖ ਸਕਦੇ ਹੈਗੇ ਹੋ। ਪਰਮੇਸ਼ਰ ਪਿਤਾ ਯਿਸੂ ਮਸੀਹ ਦੇ ਪਵਿੱਤਰ ਤੇ ਪਾਕ ਨਾਮ ਦੇ ਵਿੱਚ ਅਸੀਂ ਤੁਹਾਡੇ ਚਰਨਾਂ 'ਚ ਆਉਂਦੇ ਹਾਂ, ਤੁਹਾਡੀ ਹਜ਼ੂਰੀ 'ਚ ਆਉਂਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਅੱਜ ਦਾ ਵਚਨ ਸਾਡੇ ਵਾਸਤੇ ਬਰਕਤ ਵਾਲਾ ਹੋਵੇ। ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪ੍ਰਭੂ ਜੀ ਤੁਹਾਡੀ ਰੂਹਾਨੀ ਬਰਕਤ ਆਪਣਾ ਘਰ ਕਰ ਲਵੇ। ਪ੍ਰਭੂ ਜੀ ਸਾਡੇ ਤਮਾਮ ਪਾਪ ਸਾਨੂੰ ਮਾਫ ਕਰੋ, ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਨੂੰ ਸਾਫ਼ ਕਰੋ। ਪਵਿੱਤਰ ਆਤਮਾ ਜੀ ਸਾਡੀ ਮਦਦ ਕਰੋ ਕਿ ਅਸੀਂ ਤੁਹਾਡਾ ਵਚਨ ਸਿਖਾ ਸਕੀਏ ਤੇ ਅਸੀਂ ਤੁਹਾਡਾ ਵਚਨ ਸਿੱਖ ਸਕੀਏ। ਯਿਸੂ ਨਾਮ 'ਚ ਮੰਗਦੇ ਹਾਂ। ਆਮੀਨ ਆਮੀਨ। ਪ੍ਰੇਜ਼ ਦ ਲਾਰਡ। ਅੱਜ ਪ੍ਰਭੂ ਦੇ ਭੈਣੋ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈਗਾ ਆ ਪੈਂਟੇਕੋਸਟ ਦੇ ਉੱਤੇ। ਪਵਿੱਤਰ ਆਤਮਾ ਦਾ ਬੈਪਟਿਜ਼ਮਾ ਪੈਂਟੇਕੋਸਟ ਵਾਲੇ ਦਿਨ ਆਇਆ ਸੀ। ਪ੍ਰਭੂ ਦੇ ਭੈਣੋ ਜਦੋਂ ਬੈਪਟਿਜ਼ਮੇ ਦੀ ਗੱਲ ਹੁੰਦੀ ਆ ਸੋ ਬਾਈਬਲ ਦੇ ਵਿੱਚ ਪਵਿੱਤਰ ਵਚਨ ਦੇ ਵਿੱਚ 4 ਤਰੀਕੇ ਦੇ ਬੈਪਟਿਜ਼ਮ ਆਪਾਂ ਨੂੰ ਨਜ਼ਰ ਆਉਂਦੇ ਨੇ। ਪਹਿਲੇ ਨੰਬਰ ਤੇ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਆਪਾਂ ਸਾਰੇ ਬੈਪਟਾਈਜ਼ ਕੀਤੇ ਗਏ ਆ ਮਸੀਹ ਯਿਸੂ ਦੇ ਵਿੱਚ, ਯਾਨੀ ਕਿ ਸਾਨੂੰ ਸਾਰਿਆਂ ਨੂੰ ਬੈਪਟਿਜ਼ਮਾ ਮਿਲਿਆ ਹੋਇਆ ਹੈਗਾ ਆ ਯਿਸੂ ਮਸੀਹ ਦੇ ਵਿੱਚ, ਯਾਨੀ ਕਿ ਪ੍ਰਭੂ ਯਿਸੂ ਦੇ ਸਰੀਰ ਦੇ ਵਿੱਚ। ਸੋ ਹਰ ਉਹ ਬੰਦਾ ਜਿਹੜਾ ਆਪਣਾ ਦਿਲ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰ ਲੈਂਦਾ ਆਪਣੇ ਦਿਲ ਦੇ ਵਿੱਚ ਤੇ ਉਹ ਇੱਕ ਹੋ ਜਾਂਦਾ ਆ ਪ੍ਰਭੂ ਯਿਸੂ ਮਸੀਹ ਦੇ ਸਰੀਰ ਦੇ ਵਿੱਚ, ਯਾਨੀ ਕਿ ਆਪਾਂ ਜੁੜ ਜਾਂਦੇ ਆ। ਆਮੇਨ। ਆਪਾਂ ਇੱਕ ਹੋ ਜਾਂਦੇ ਆ ਪ੍ਰਭੂ ਯਿਸੂ ਦੇ ਸਰੀਰ ਦੇ ਵਿੱਚ। ਸੋ ਬੈਪਟਿਜ਼ਮਾ ਜਿਹੜਾ ਇਹ ਹੈਗਾ ਆ ਯਿਸੂ ਮਸੀਹ ਦੇ ਵਿੱਚ ਜਾਂ ਮਸੀਹ ਯਿਸੂ ਦੇ ਵਿੱਚ, ਇਹਦਾ ਮਤਲਬ ਇਹ ਹੈਗਾ ਆ। ਸੋ ਦੂਸਰੇ ਨੰਬਰ ਤੇ ਬਾਈਬਲ ਦੇ ਵਿੱਚ ਪਾਣੀ ਦੇ ਬੈਪਟਿਜ਼ਮਾਂ ਦੀ ਗੱਲਬਾਤ ਹੁੰਦੀ ਆ। ਪਾਣੀ ਦਾ ਬੈਪਟਿਜ਼ਮਾ ਰਿਪਰੈਜ਼ੈਂਟ ਕਰਦਾ ਆ ਜਦੋਂ ਸਾਡੀ ਪੁਰਾਣੀ ਜ਼ਿੰਦਗੀ ਮਰ ਜਾਂਦੀ ਆ, ਜਦੋਂ ਸਾਡੀ ਪੁਰਾਣੀ ਜ਼ਿੰਦਗੀ ਖਤਮ ਹੋ ਜਾਂਦੀ ਆ, ਇਹ ਉਹਦੇ ਬਾਰੇ ਗੱਲਬਾਤ ਹੋ ਰਹੀ ਹੁੰਦੀ ਆ ਉਹਦੇ ਵਿੱਚ। ਸੋ ਤੀਸਰੇ ਨੰਬਰ ਤੇ ਬਾਈਬਲ ਦੇ ਵਿੱਚ ਪਵਿੱਤਰ ਆਤਮਾ ਦੇ ਬੈਪਟਿਜ਼ਮੇ ਦੀ ਗੱਲ ਹੁੰਦੀ ਆ। ਸੋ ਪਵਿੱਤਰ ਆਤਮਾ ਦਾ ਬੈਪਟਿਜ਼ਮਾ ਉਹ ਆ ਜਦੋਂ ਸਾਨੂੰ ਕਹਿ ਲਓ ਕਿ ਸੁਪਰਨੈਚੁਰਲ ਦੇ ਵਿੱਚ, ਜਦੋਂ ਸਾਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਇਮਰਸ ਕਰ ਦਿੱਤਾ ਜਾਂਦਾ ਹੈ, ਯਾਨੀ ਕਿ ਡੁਬਾ ਦਿੱਤਾ ਜਾਂਦਾ ਹੈ, ਜਾਂ ਕਹਿ ਲਓ ਤੁਹਾਨੂੰ ਸਾਨੂੰ ਲੁਕਾ ਲਿੱਤਾ ਜਾਂਦਾ ਹੈ, ਛੁਪਾ ਦਿੱਤਾ ਜਾਂਦਾ ਹੈ, ਜਦੋਂ ਪਵਿੱਤਰ ਆਤਮਾ ਸਾਨੂੰ ਭਰ ਦਿੰਦਾ ਹੈ ਆ ਕੇ ਆਪਣੀ ਹਜ਼ੂਰੀ ਦੇ ਨਾਲ। ਸੋ ਬਾਈਬਲ ਦੇ ਵਿੱਚ ਇਹ ਚੌਥੇ ਨੰਬਰ 'ਤੇ ਆਪਾਂ ਦੇਖਾਂਗੇ ਕਿ ਬਾਈਬਲ ਦੇ ਵਿੱਚ ਅੱਗ ਦੇ ਬੈਪਟਿਜ਼ਮਾਂ ਦੀ ਵੀ ਗੱਲ ਹੁੰਦੀ ਆ। ਸੋ ਅੱਗ ਦਾ ਬੈਪਟਿਜ਼ਮਾ ਪ੍ਰਾਪਤ ਕਰਨਾ ਉਹ ਬੈਪਟਿਜ਼ਮਾ ਹੈਗਾ ਆ ਜਦੋਂ ਸ਼ਕਤੀ ਦੇ ਬਾਰੇ, ਯਾਨੀ ਕਿ ਪਾਵਰ ਦੇ ਬਾਰੇ, ਯਾਨੀ ਕਿ ਰੱਬ ਦੀ ਗਲੋਰੀ ਦੇ ਬਾਰੇ, ਜਦੋਂ ਕਿ ਰੱਬ ਦੇ ਮਸਾ ਦੇ ਬਾਰੇ ਗੱਲਬਾਤ ਹੁੰਦੀ ਹੈ। ਜਿਸ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਤਰਸ ਨੂੰ ਇਹ ਅੱਗ ਦਾ ਬੈਪਟਿਜ਼ਮਾ ਮਿਲ ਗਿਆ ਸੀਗਾ, ਸੋ ਵਚਨ ਆਖਦਾ ਹੈ ਕਿ ਜਦੋਂ ਪਤਰਸ ਤੁਰਦਾ ਪਿਆ ਸੀਗਾ, ਗਲੀਆਂ ਤੋਂ ਤੁਰ ਰਿਹਾ ਸੀਗਾ ਤੇ ਉਹਦੀ ਛਾਂ ਜਿਹੜੀ ਸੀਗੀ ਉਹ ਬਿਮਾਰਾਂ ਨੂੰ ਚੰਗੇ ਕਰ ਰਹੀ ਸੀ। ਹੁਣ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਤਰਸ ਨੂੰ ਰੂਹ ਦਾ ਬੈਪਟਿਜ਼ਮਾ ਮਿਲਿਆ ਸੀਗਾ, ਪ੍ਰਭੂ ਜਦੋਂ ਪਤਰਸ ਨੇ ਰੂਹ ਦਾ ਬੈਪਟਿਜ਼ਮਾ ਪਾਇਆ ਸੀਗਾ, ਪਵਿੱਤਰ ਆਤਮਾ ਦਾ ਬੈਪਟਿਜ਼ਮਾ ਪਾਇਆ ਸੀ ਜਿਹੜਾ ਤੀਸਰਾ ਬੈਪਟਿਜ਼ਮਾ ਹੈ, ਤੇ ਉਦੋਂ ਤੁਸੀਂ ਆ ਨਹੀਂ ਦੇਖਿਆ ਕਿ ਪਤਰਸ ਦੀ ਛਾਂ ਲੋਕਾਂ ਨੂੰ ਚੰਗੇ ਕਰ ਰਹੀ ਹੈ।
ਤੁਹਾਨੂੰ ਯਾਦ ਹੋਏਗਾ ਜਦੋਂ ਪਤਰਸ ਨੇ ਪਹਿਲਾ ਚਮਤਕਾਰ ਕੀਤਾ ਸੀ ਤੇ ਪਤਰਸ ਨੇ ਜਾ ਕੇ ਇੱਕ ਬਿਮਾਰ ਨੂੰ ਹੱਥ ਫੜ ਕੇ ਉਹਨੂੰ ਖੜਾ ਕਰਤਾ ਸੀਗਾ ਦਰੰਗੀ ਨੂੰ, ਤੇ ਵਚਨ ਆਖਦਾ ਕਿ ਪਤਰਸ ਨੇ ਉਹਨੂੰ ਆਖਿਆ ਸੀਗਾ ਮੇਰੇ ਕੋਲੇ ਨਾ ਸੋਨਾ ਨਾ ਚਾਂਦੀ, ਜੋ ਹੈ ਮੈਂ ਤੈਨੂੰ ਦਿੰਦਾ ਆ, ਯਿਸੂ ਮਸੀਹ ਨਾਮ ਦੇ ਵਿੱਚ ਖੜਾ ਹੋ ਜਾ। ਤੇ ਉਹਦਾ ਹੱਥ ਫੜ ਕੇ ਸੱਜਾ ਉਹਨੂੰ ਖੜਾ ਕੀਤਾ ਤੇ ਉਹ ਖੜਾ ਹੋ ਗਿਆ ਤੇ ਉੱਥੇ ਉਹਨੂੰ ਹੀਲਿੰਗ ਮਿਲ ਗਈ। ਸੋ ਇੱਕ ਤਾਂ ਇਤਿਹਾਸ ਸਿਚੁਏਸ਼ਨ ਹੈ, ਦੇਖੋ ਵੀ ਕਿੱਦਾਂ ਉਹਨੇ ਹੱਥ ਫੜ ਕੇ ਜ਼ੋਰ ਲਾ ਕੇ ਉਹਨੂੰ ਖੜਾ ਕੀਤਾ ਤੇ ਉਹਨੂੰ ਹੀਲਿੰਗ ਮਿਲ ਗਈ। ਲੇਕਿਨ ਦੂਸਰੇ ਪਾਸੇ ਗਾਹਾਂ ਜਾ ਕੇ ਚੇਲਿਆਂ ਦੇ ਕਰਤੱਵ ਦੇ ਵਿੱਚ ਇੱਕ ਐਸੀ ਸਿਚੁਏਸ਼ਨ ਆਉਂਦੀ ਹੈ ਪਤਰਸ ਦੇ ਮੂਹਰੇ ਕਿ ਜਦੋਂ ਪਤਰਸ ਤੁਰਦਾ ਸੀ ਤੇ ਉਹਦੀ ਛਾਂ ਦੇ ਨਾਲ ਬਿਮਾਰ ਚੰਗੇ ਹੋ ਜਾਂਦੇ ਸੀ। ਜਾਣੀ ਕਿ ਕੈਸੀ ਸ਼ਕਤੀ ਪਤਰਸ ਉੱਤੇ ਆ ਚੁੱਕੀ ਸੀ। ਸੋ ਪ੍ਰਭੂ ਦੇ ਬਿਨਾਂ ਉਹ ਹੈਗਾ ਅੱਗ ਦਾ ਬੈਪਟਿਜ਼ਮ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਪਵਿੱਤਰ ਆਤਮਾ ਦਾ ਬੈਪਟਿਜ਼ਮ ਆ ਉਹੀ ਸਾਨੂੰ ਅੱਗ ਦੇ ਬੈਪਟਿਜ਼ਮੇ ਵੱਲੋਂ ਲੈ ਕੇ ਜਾਂਦਾ ਹੈ। ਆਮੇਨ। ਸੋ ਅੱਜ ਪ੍ਰਭੂ ਦੇ ਬਿਨਾਂ ਆਪਾਂ ਪੈਂਟੀਕੋਸਟ ਦੇ ਬਾਰੇ ਗੱਲਬਾਤ ਕਰਾਂਗੇ ਤੇ ਉਹਦੇ ਬਾਰੇ ਹੋਰ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਮੈਂ ਤੁਹਾਡੇ ਨਾਲ ਪਵਿੱਤਰ ਆਤਮਾ ਦਾ ਬੈਪਟਿਜ਼ਮ ਇਹਦੇ ਬਾਰੇ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਬੈਪਟਿਜ਼ਮਾ ਜਿਹੜਾ ਸ਼ਬਦ ਹੈਗਾ ਆ ਇਹਦਾ ਮਤਲਬ ਹੈ ਡੁਬੋ ਦੇਣਾ, ਇਮਰਸਡ ਕਰ ਦੇਣਾ, ਜਾਨੀ ਕਿ ਪੂਰੀ ਤਰ੍ਹਾਂ ਲੁਕੋ ਦੇਣਾ। ਆਮੇਨ। ਧਰਮਾਂ ਦੇ ਵਿੱਚ ਕਈ ਵਾਰ ਛੋਟੇ ਬੱਚਿਆਂ ਨੂੰ ਪਾਣੀ ਦੇ ਛਿੱਟੇ ਜਿਹੇ ਮਾਰ ਕੇ ਬੈਪਟਿਜ਼ਮਾ ਦਿੱਤਾ ਜਾਂਦਾ ਆ, ਲੇਕਿਨ ਬਾਈਬਲ ਦੇ ਵਿੱਚ ਉਹਦਾ ਨਾਮੋ ਨਿਸ਼ਾਨ ਤੱਕ ਨਹੀਂ ਗਾ। ਉਹ ਸਿਰਫ ਬੰਦੇ ਦੀਆਂ ਕਾਢਾਂ ਨੇ, ਇਨਸਾਨ ਦੇ ਬਣਾਏ ਹੋਏ ਤਰੀਕੇ ਨੇ, ਲੇਕਿਨ ਪਰਮੇਸ਼ਰ ਦੇ ਸਾਹਮਣੇ ਇਨਸਾਨ ਦੇ ਬਣਾਏ ਹੋਏ ਤਰੀਕੇ ਨਹੀਂ ਚੱਲਦੇ, ਬਲਕਿ ਪਰਮੇਸ਼ਰ ਦੇ ਬਣਾਏ ਹੋਏ ਤਰੀਕਿਆਂ ਦੇ ਮੁਤਾਬਿਕ ਜੇ ਚੱਲਾਂਗੇ ਤਾਂ ਹੀ ਆਪਾਂ ਪਰਮੇਸ਼ਰ ਦੇ ਰਾਜ ਵਿੱਚ ਪਹੁੰਚ ਸਕਦੇ ਹੈਗੇ ਆ। ਸੋ ਬੈਪਟਿਜ਼ਮ ਦਾ ਮਤਲਬ ਹੈ ਜਦੋਂ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਡੁਬੋ ਦੇਵੋ ਕਿਸੇ ਚੀਜ਼ ਨੂੰ, ਪੂਰੀ ਤਰ੍ਹਾਂ ਦੇ ਨਾਲ ਤੁਸੀਂ ਕਿਸੇ ਚੀਜ਼ ਨੂੰ ਵਿੱਚ ਪਾ ਦਿਓ ਕਿਸੇ ਚੀਜ਼ ਦੇ ਵਿੱਚ। ਆਮੇਨ। ਜਿਸ ਤਰ੍ਹਾਂ ਪੁਰਾਣੇ ਜ਼ਮਾਨਿਆਂ ਵਿੱਚ ਕੱਪੜੇ ਡਾਈ ਕੀਤੇ ਜਾਂਦੇ ਸੀ ਤੇ ਕੱਪੜੇ ਨੂੰ ਲੈ ਕੇ ਡਾਈ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਤੇ ਉਹ ਡਾਈ ਜਿਹੜੇ ਹੈਗੀ ਆ ਉਹ ਕੱਪੜੇ ਦੇ ਅੰਦਰ, ਕੱਪੜੇ ਦੇ ਬਾਹਰ ਅੰਦਰ ਰਚ ਜਾਂਦੀ ਸੀ ਪੂਰੀ ਤਰ੍ਹਾਂ ਦੇ ਨਾਲ। ਸੋ ਉਹਨੂੰ ਕਹਿੰਦੇ ਨੇ ਬੈਪਟਿਜ਼ਮਾ ਹੋ ਗਿਆ। ਜਦੋਂ ਕੋਈ ਜਹਾਜ਼ ਡੁੱਬਦਾ ਸੀਗਾ ਇਜ਼ਰਾਈਲ ਦੇ ਵਿੱਚ ਖਬਰਾਂ ਛਪਦੀਆਂ ਸੀਗੀਆਂ, ਫਲਾਨਾ ਜਹਾਜ਼ ਪਾਣੀ ਦੇ ਵਿੱਚ ਬੈਪਟਿਜ਼ਮਾ ਹੋ ਗਿਆ, ਯਾਨੀ ਕਿ ਡੁੱਬ ਗਿਆ। ਸੋ ਪ੍ਰਭੂ ਦੇ ਸਭ ਤੋਂ ਪਹਿਲੇ ਪੁਆਇੰਟ ਨੰਬਰ ਤੇ ਆਪਾਂ ਪ੍ਰਭੂ ਯਿਸੂ ਮਸੀਹ ਜੀ ਦੀ ਜ਼ਿੰਦਗੀ 'ਚ ਦੇਖਾਂਗੇ ਜੇ ਜਦੋਂ ਉਹਨਾਂ ਨੂੰ ਬੈਪਟਿਜ਼ਮਾ ਹੋਇਆ ਸੀ ਰੂਹ ਦੇ ਵਿੱਚ, ਤੇ ਉਹਦੇ ਵਿੱਚ 4 ਖਾਸੀਅਤਾਂ ਆਪਾਂ ਨਜ਼ਰ ਆਉਂਦੀਆਂ ਨੇ। ਸੋ ਆਓ ਬਾਈਬਲ ਖੋਲੀ ਸਿੱਧਾ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ ਤੇ ਪੜਾਂਗੇ ਪਰਮੇਸ਼ਰ ਦਾ ਵਚਨ ਆਪਾਂ ਨੂੰ ਅੱਜ ਕੀ ਸਿਖਾਉਂਦਾ ਹੈਗਾ ਆ। ਸੋ ਸੰਤ ਲੂਕਾ ਦੀ ਕਿਤਾਬ ਖੋਲਾਂਗੇ, ਉਹਦਾ 3ਰਾ ਚੈਪਟਰ ਦੇਖਾਂਗੇ ਤੇ 21ਵਾਂ ਤੇ 22ਵਾਂ ਵਰਸ ਆਪਾਂ ਪੜਾਂਗੇ। ਸੋ ਇਹਦੇ ਵਿੱਚੋਂ ਇਹ ਉਹ ਸਮਾਂ ਆ, ਇਹ ਉਹ ਕਹਾਣੀ ਆ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਰੂਹ ਦਾ ਬੈਪਟਿਜ਼ਮਾ ਪ੍ਰਾਪਤ ਹੋਇਆ ਸੀਗਾ। ਸੋ ਇਹਦੇ ਵਿੱਚ ਮੈਂ ਤੁਹਾਨੂੰ 4 ਚੀਜ਼ਾਂ ਦਿਖਾਵਾਂਗਾ, ਸ਼ਾਇਦ ਤੁਸੀਂ ਪਹਿਲਾਂ ਨਾ ਦੇਖੀਆਂ ਹੋਣ ਇਹ 4 ਚੀਜ਼ਾਂ। ਧਿਆਨ ਨਾਲ ਸੁਣੀਏ ਵਚਨ ਕੀ ਆਖਦਾ ਆ। ਲੂਕ ਚੈਪਟਰ 3 ਵਰਸ 21 to 22 ਜੀ। ਜਦੋਂ ਸਾਰੇ ਲੋਕ ਬਪਤਿਸਮਾ ਲੈ ਚੁੱਕੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਹੇ ਸਨ ਤਾਂ ਉਸ ਵੇਲੇ ਆਕਾਸ਼ ਖੁੱਲ ਗਿਆ ਅਤੇ ਪਵਿੱਤਰ ਆਤਮਾ ਕਬੂਤਰ ਦੇ ਰੂਪ ਵਿੱਚ ਉਹਨਾਂ ਉੱਤੇ ਉਤਰਿਆ। ਉਸ ਵੇਲੇ ਇੱਕ ਆਵਾਜ਼ ਵੀ ਆਕਾਸ਼ ਤੋਂ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈ, ਮੈਂ ਤੇਰੇ ਤੋਂ ਖੁਸ਼ ਹਾਂ। ਪ੍ਰਭੂ ਜੇ ਦੇਖਿਆ ਜਾਵੇ ਤੇ ਇਹ ਇੱਕਦਮ ਹੋਇਆ, ਇਮੀਡੀਏਟਲੀ ਇਹ ਕੰਮ ਹੋਇਆ। ਜਾਣੀ ਕਿ ਜਦੋਂ ਪ੍ਰਭੂ ਯਿਸੂ ਪਾਣੀ ਵਿੱਚ ਗਏ, ਪਾਣੀ ਦੇ ਬੈਪਟਿਜ਼ਮਾ ਲਿਆ ਉਹਨਾਂ ਨੇ, ਤੇ ਜਦੋਂ ਹੀ ਉਹ ਪਾਣੀ ਦੇ ਵਿੱਚੋਂ ਬਾਹਰ ਨਿਕਲਦੇ ਨੇ ਇੱਕਦਮ ਅਚਾਨਕ ਹੀ ਇਮੀਡੀਏਟਲੀ ਪਵਿੱਤਰ ਆਤਮਾ ਉੱਪਰੋਂ ਆਇਆ ਤੇ ਪ੍ਰਭੂ ਨੂੰ ਬੈਪਟਿਜ਼ਮਾ ਦਿੰਦਾ ਆ। ਸੋ ਜਾਣੀ ਕਿ ਪਵਿੱਤਰ ਆਤਮਾ ਦਾ ਬੈਪਟਿਜ਼ਮਾ ਆਉਣ ਦਾ ਸ਼ਾਇਦ ਇੰਤਜ਼ਾਰ ਹੋ ਰਿਹਾ ਸੀ ਵੀ ਕਦੋਂ ਪ੍ਰਭੂ ਯਿਸੂ ਪਾਣੀ 'ਚ ਬੈਪਟਿਜ਼ਮਾ ਲੈ ਲੈ। ਸੋ ਮੈਂ ਤੁਹਾਨੂੰ ਦੱਸਿਆ ਸੀਗਾ ਪਾਣੀ ਦਾ ਬੈਪਟਿਜ਼ਮਾ ਜਿਹੜਾ ਆ ਉਹਦਾ ਮਤਲਬ ਹੈਗਾ ਕਿ ਸਾਡੀ ਜਿਹੜੀ ਪੁਰਾਣੀ ਨੇਚਰ ਹੈਗੀ ਹੈ ਜਦੋਂ ਉਹ ਮਰ ਜਾਂਦੀ ਹੈ, ਜਦੋਂ ਪੁਰਾਣੀ ਨੇਚਰ ਓਲਡ ਲਾਈਫ ਨੂੰ ਆਪਾਂ ਦਫਨਾ ਦਿੰਦੇ ਹਾਂ, ਉਹ ਪਾਣੀ ਦੇ ਬੈਪਟਿਜ਼ਮੇ ਨੂੰ ਰਿਪਰੈਜ਼ੈਂਟ ਕਰਦੀ ਹੈ। ਯਾਨੀ ਕਿ ਜਦੋਂ ਪੁਰਾਣੀ ਜ਼ਿੰਦਗੀ ਗਈ, ਜਦੋਂ ਬੰਦੇ ਦੀ ਮੈਂ ਮਾਰੀ ਗਈ, ਜਦੋਂ ਬੰਦੇ ਨੇ ਆਪਣਾ ਸਲੀਬ ਉਠਾ ਲਈ, ਆਪਣਾ ਸਰੀਰਕ ਕਾਮਨਾਵਾਂ ਮਾਰ ਦਿੱਤੀਆਂ, ਜਦੋਂ ਇਹ ਹੋਇਆ ਇੱਕਦਮ ਪਵਿੱਤਰ ਆਤਮਾ ਦਾ ਬੈਪਟਿਜ਼ਮਾ ਉੱਤੇ ਉਤਰਦਾ ਆ। ਆਮੇਨ। ਸੋ ਬਹੁਤ ਦਫਾ ਲੋਕ ਸਵਾਲ ਕਰਦੇ ਹੈਗੇ ਨੇ ਕਿ ਭਾਜੀ ਸਾਨੂੰ ਪਵਿੱਤਰ ਆਤਮਾ ਦਾ ਬੈਪਟਿਜ਼ਮਾ ਕਾਹਤੋਂ ਨਹੀਂ ਮਿਲਦਾ। ਹੋ ਸਕਦਾ ਹੈ ਕਿ ਇਹ ਵੀ ਇੱਕ ਕਾਰਨ ਹੋਵੇ ਕਿ ਜੇ ਤੁਸੀਂ ਆਪਣੀ ਮੈਂ ਨੂੰ ਮਾਰੋ, ਜੇ ਤੁਸੀਂ ਆਪਣੇ ਆਪ ਨੂੰ ਇਨਕਾਰ ਕਰੋ, ਆਪਣੀ ਸਲੀਬ ਉਠਾਓ ਤੇ ਪ੍ਰਭੂ ਯਿਸੂ ਦੇ ਪਿੱਛੇ ਚੱਲੋ ਤੇ ਇੱਕਦਮ ਤੁਹਾਡੇ ਉੱਤੇ ਇਹ ਪਰਮੇਸ਼ਰ ਦਾ ਪਵਿੱਤਰ ਆਤਮਾ ਦਾ ਬੈਪਟਿਜ਼ਮਾ ਜਿਹੜਾ ਹੈ ਉਤਰਿਆ ਹੋਵੇਗਾ। ਆਮੇਨ। ਸੋ 4 ਚੀਜ਼ਾਂ ਆਪਾਂ ਇਹਦੇ ਵਿੱਚ ਦੇਖਾਂਗੇ। ਸਭ ਤੋਂ ਪਹਿਲਾਂ ਜਦੋਂ ਵਚਨ ਆਇਆ ਕਿ ਪ੍ਰਭੂ ਯਿਸੂ ਮਸੀਹ ਪਾਣੀ ਦੇ ਬੈਪਟਿਜ਼ਮੇ ਤੋਂ ਬਾਹਰ ਨਿਕਲਦੇ ਨੇ, ਸਵਰਗ ਖੁੱਲ ਗਿਆ। ਆਮੇਨ। ਮਤਲਬ ਇਹਦਾ ਕੀ ਹੋਇਆ? ਮਤਲਬ ਇਹਦਾ ਹੋਇਆ ਪ੍ਰਭੂ ਦੇ ਪੈਰਾਂ ਜਦੋਂ ਸਵਰਗ ਖੁੱਲ ਜਾਂਦਾ ਆ, ਮਤਲਬ ਪਰਮੇਸ਼ਰ ਤੁਹਾਨੂੰ ਐਕਸੈਸ ਦੇਤੀ, ਪਰਮੇਸ਼ਰ ਨੇ ਤੁਹਾਨੂੰ ਇਜਾਜ਼ਤ ਦੇਤੀ,
ਉਸ ਸੁਪਰਨੈਚੁਰਲ ਦੇ ਵਿੱਚ ਐਂਟਰ ਕਰਨ ਦੇ ਵਾਸਤੇ। ਆਮੇਨ। ਪਰਮੇਸ਼ਰ ਨੇ ਤੁਹਾਨੂੰ ਇਜਾਜ਼ਤ ਦੇਤੀ ਵੀ ਪਹਿਲਾਂ ਤਾਂ ਸਵਰਗ ਬੰਦ ਸੀ, ਸਵਰਗ ਦੇ ਵਿੱਚ ਜੋ ਕੁਝ ਵੀ ਆ, ਜੋ ਵੀ ਸੁਪਰਨੈਚੁਰਲ, ਜੋ ਵੀ ਮਿਰਾਕਲਸ, ਜੋ ਵੀ ਮਿਸਟਰੀਜ਼ ਹੈਗੀਆਂ ਨੇ ਉਹ ਬੰਦ ਸਨ। ਲੇਕਿਨ ਜਦੋਂ ਹੀ ਪ੍ਰਭੂ ਯਿਸੂ ਮਸੀਹ ਜੀ ਨੇ ਪਾਣੀ ਦਾ ਬਪਤਿਸਮਾ ਲਿਆ ਤੇ ਬਾਹਰ ਆਏ ਤੇ ਉਹਨਾਂ ਤੇ ਪਵਿੱਤਰ ਆਤਮਾ ਦਾ ਬਪਤਿਸਮਾ ਉਤਰਦਾ ਆ, ਇੱਕਦਮ ਸਵਰਗ ਖੁੱਲਦਾ ਆ। ਪ੍ਰਭੂ ਦੇ ਬਣੋ, ਪਵਿੱਤਰ ਆਤਮਾ ਦਾ ਬਪਤਿਸਮਾ ਤੁਹਾਨੂੰ ਫ੍ਰੀ ਐਕਸੈਸ ਦਿੰਦਾ ਆ, ਐਂਟਰੈਂਸ ਦਿੰਦਾ ਆ ਸੁਪਰਨੈਚੁਰਲ ਦੇ ਵਿੱਚ, ਇੱਕ ਐਸੀ ਜ਼ਿੰਦਗੀ ਦੇ ਵਿੱਚ ਜਿਹੜੀ ਸੁਪਰਨੈਚੁਰਲ ਲਾਈਫ ਹੈਗੀ ਆ। ਆਮੇਨ। ਸੋ ਇਹ ਪਹਿਲੀ ਚੀਜ਼ ਆਪਾਂ ਦੇਖੀ ਹੈਗੀ ਆ ਪਰਮੇਸ਼ਰ ਦੇ ਵਚਨ ਚੋਂ ਜੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਹੋਇਆ। ਦੂਸਰੀ ਚੀਜ਼ ਜਿਹੜੀ ਆਪਾਂ ਨੂੰ ਇੱਥੇ ਨਜ਼ਰ ਆਉਂਦੀ ਹੈਗੀ ਆ ਪ੍ਰਭੂ ਦੇ ਬਣੋ, ਕਿ ਜਦੋਂ ਪ੍ਰਭੂ ਯਿਸੂ ਮਸੀਹ ਪਾਣੀ ਚੋਂ ਬਾਹਰ ਨਿਕਲ ਗਏ, ਇੱਕਦਮ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਪਵਿੱਤਰ ਆਤਮਾ ਆ ਉਤਰਿਆ। ਪਵਿੱਤਰ ਆਤਮਾ ਉਹਨਾਂ ਦੇ ਉੱਤੇ ਆ ਗਿਆ ਤੇ ਵਚਨ ਆਖਦਾ ਕਿ ਠਹਿਰ ਗਿਆ। ਆਮੇਨ। ਜਦੋਂ ਪਵਿੱਤਰ ਆਤਮਾ ਨੂੰ ਬਪਤਿਸਮਾ ਮਿਲਦਾ ਆ, ਪ੍ਰਭੂ ਦੇ ਬਣੋ, ਤੁਹਾਡੀ ਜ਼ਿੰਦਗੀ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਨਾਲ ਇਮਰਸ ਕਰ ਦਿੱਤੀ ਜਾਂਦੀ ਆ, ਜਾਨੀ ਕਿ ਡੁਬੋ ਦਿੱਤੀ ਜਾਂਦੀ ਆ, ਜਾਨੀ ਕਿ ਢੱਕ ਦਿੱਤੀ ਜਾਂਦੀ ਆ। ਵਚਨ ਆਖਦਾ ਹੈ clothed with, ਆਮੇਨ, ਜਾਨੀ ਕਿ ਤੁਸੀਂ ਕਵਰ ਕਰ ਦਿੱਤੇ ਜਾਂਦੇ ਹੋ ਉਸ ਹਜ਼ੂਰੀ ਦੇ ਨਾਲ, ਉਸ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ। ਕਿੰਨੀ ਬੜੀ ਬਰਕਤ ਹੈਗੀ ਹੈ ਪ੍ਰਭੂ ਕਿ ਤੁਹਾਨੂੰ ਕੋਈ ਰੱਬੀ ਚੀਜ਼ ਆ ਕੇ ਢੱਕ ਲਵੇ, ਜਿਸ ਤਰ੍ਹਾਂ ਕਿਸੇ ਚੀਜ਼ ਨੇ ਤੁਹਾਨੂੰ ਜੱਫੀ ਪਾਲੀ ਹੁੰਦੀ ਹੈ ਤੁਹਾਡੇ ਉੱਤੇ। ਸੋ ਪਵਿੱਤਰ ਆਤਮਾ ਦਾ ਬੈਪਟਿਜ਼ਮ ਜਿਹੜਾ ਆ, ਇਹਦਾ ਇਹ ਮਤਲਬ ਹੀ ਹੈਗਾ। ਤੀਸਰੇ ਨੰਬਰ 'ਤੇ ਆਪਾਂ ਨੂੰ ਬੜੀ ਜ਼ਬਰਦਸਤ ਗੱਲ ਨਜ਼ਰ ਆਉਂਦੀ ਹੈ ਇੱਥੇ ਕਿ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਪਵਿੱਤਰ ਆਤਮਾ ਦਾ ਬੈਪਟਿਜ਼ਮ ਮਿਲਿਆ, ਸਵਰਗ ਦੀ ਆਵਾਜ਼ ਆਈ, ਪਿਤਾ ਦੀ ਆਵਾਜ਼ ਆਈ, ਸਵਰਗ ਤੋਂ ਆਵਾਜ਼ ਆਉਂਦੀ ਹੈ ਇੱਕ, ਤੇ ਆਵਾਜ਼ ਆ ਕੇ ਪਤਾ ਕੀ ਕਰਦੀ ਹੈ? ਆਵਾਜ਼ ਆ ਕੇ ਇਹ ਕੰਫਰਮ ਕਰਦੀ ਹੈ, ਆਵਾਜ਼ ਆ ਕੇ ਸਵਰਗ ਤੋਂ ਇਹ ਅਫਰਮ ਕਰਦੀ ਹੈ ਕਿ ਤੂੰ ਮੇਰਾ ਪਿਆਰਾ ਪੁੱਤਰ ਹੈ। ਰੂਹ ਦਾ ਬਪਤਿਸਮਾ ਸਾਨੂੰ ਅਫਰਮ ਕਰਦਾ ਹੈ, ਕੰਫਰਮ ਕਰਦਾ ਹੈ ਕਿ ਹੁਣ ਇੱਕ ਰਿਸ਼ਤਾ ਸਾਡਾ ਜੁੜ ਗਿਆ ਹੈ ਪਿਤਾ ਦੇ ਨਾਲ। ਹੁਣ ਅਸੀਂ ਉਹਦੇ ਬੱਚੇ ਹੈਗੇ ਆ ਪਰਮੇਸ਼ਰ ਪਿਤਾ ਦੇ, ਤੇ ਉਹ ਆਪਣਾ ਪਰਮੇਸ਼ਰ ਪਿਤਾ ਬਣ ਗਿਆ ਆ, ਅਸੀਂ ਉਹਦੇ ਬੱਚੇ ਬਣ ਗਏ ਆ, ਤੇ ਉਹ ਸਾਤੋਂ ਪ੍ਰਸੰਨ ਆ। ਆਮੇਨ। ਕਿੰਨੀ ਵੱਡੀ ਬਰਕਤ ਆ। ਬਹੁਤ ਸਮਾਂ ਜਦੋਂ ਲੋਕਾਂ ਨੂੰ ਰੂਹ ਦਾ ਬਪਤਿਸਮਾ ਨਹੀਂ ਮਿਲਿਆ ਹੁੰਦਾ ਤੇ ਉਹਨਾਂ ਨੂੰ ਹਜੇ ਵਿੱਚ ਨਹੀਂ ਪਤਾ ਹੁੰਦਾ ਕਿ ਅਸੀਂ ਬਚਾਏ ਵੀ ਗਏ ਹਾਂ ਜਾਂ ਨਹੀਂ ਬਚਾਏ ਗਏ, ਲੇਕਿਨ ਜਦੋਂ ਵੀ ਤੁਹਾਨੂੰ ਰੂਹ ਦਾ ਬਪਤਿਸਮਾ ਮਿਲ ਜਾਂਦਾ, ਤੁਹਾਨੂੰ ਇੱਕਦਮ ਅਫਰਮੇਸ਼ਨ ਹੋ ਜਾਂਦੀ, ਕੰਫਰਮੇਸ਼ਨ ਹੋ ਜਾਂਦੀ ਆ, ਯੂ ਆਰ ਸੇਵਡ। ਆਮੇਨ। ਤੇ ਪਰਮੇਸ਼ਰ ਪਿਤਾ ਤੁਹਾਡੇ ਰੱਬ ਬਣ ਜਾਂਦੇ ਨੇ ਤੇ ਤੁਸੀਂ ਉਹਦੇ ਪੁੱਤਰ ਬਣ ਜਾਂਦੇ ਹੈਗੇ। ਕਿੰਨੀ ਵੱਡੀ ਬਰਕਤ ਹੈਗੀ। ਦੇਖੋ ਤੁਸੀਂ ਇੱਕ ਹੋਰ ਚੀਜ਼ ਜਿਹੜੀ ਆਪਾਂ ਬਚਨ 'ਚ ਪੜ੍ਹਾਂਗੇ, ਸੰਤ ਲੂਕਾ ਦੇ 4th ਚੈਪਟਰ ਦੇ ਵਰਸ 1 ਦੇ ਵਿੱਚ ਦੇਖਾਂਗੇ। ਤੀਸਰੇ ਚੈਪਟਰ ਦੇ ਐਂਡ ਦੇ ਵਿੱਚ ਜਾ ਕੇ ਪ੍ਰਭੂ ਨੇ ਪਾਣੀ ਦਾ ਬਪਤਿਸਮਾ ਲਿਆ ਸੀ, ਜਿੱਥੇ ਪ੍ਰਭੂ ਯਿਸੂ ਮਸੀਹ ਜੀ ਨੂੰ ਰੂਹ ਦਾ ਬਪਤਿਸਮਾ ਮਿਲਦਾ ਆ। ਤੇ ਫਿਰ ਖਤਮ ਹੁੰਦਾ ਸਾਰੀ ਇਹ ਚੈਪਟਰ, ਚੌਥਾ ਚੈਪਟਰ ਸ਼ੁਰੂ ਹੁੰਦਾ, ਤੇ ਉਹ ਪਹਿਲਾ ਵਰਸ ਦੇਖੋ, ਉਹਦਾ ਬੜਾ ਧਿਆਨ ਦੇ ਨਾਲ ਦੇਖੋ ਕਿ ਰੂਹ ਦੇ ਬਪਤਿਸਮੇ ਦੇ ਬਾਅਦ ਪ੍ਰਭੂ ਯਿਸੂ ਮਸੀਹ ਜੀ ਦੀ ਜ਼ਿੰਦਗੀ 'ਚ ਕੀ ਹੋਇਆ। ਜੀ, ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਨਦੀ ਤੋਂ ਵਾਪਸ ਆਏ। ਆਤਮਾ ਉਹਨਾਂ ਨੂੰ ਸੁਨਸਾਨ ਥਾਂ ਵਿੱਚ ਲੈ ਗਿਆ। ਆਤਮਾ ਉਹਨਾਂ ਨੂੰ ਇੱਕ ਥਾਂ 'ਚ ਲੈ ਗਿਆ। ਹੁਣ ਆਤਮਾ ਲੈ ਕੇ ਜਾ ਰਿਹਾ ਉਹਨਾਂ ਨੂੰ, ਹੁਣ ਆਤਮਾ ਉਹਨਾਂ ਨੂੰ ਲੀਡ ਕਰ ਰਿਹਾ, ਹੁਣ ਆਤਮਾ ਉਹਨਾਂ ਨੂੰ ਗਾਈਡ ਕਰ ਰਿਹਾ। ਪ੍ਰਭੂ ਦੇ ਭੈਣੋ, ਜਦੋਂ ਪਵਿੱਤਰ ਆਤਮਾ ਦਾ ਬਪਤਿਸਮਾ ਆਪਾਂ ਨੂੰ ਮਿਲਦਾ, ਉਹ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਆਪਾਂ ਲੀਡ ਨਹੀਂ ਕਰਦੇ। ਉਹ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਆਪਣੇ ਪਰਿਵਾਰ ਲੀਡ ਨਹੀਂ ਕਰਦੇ, ਆਪਣੀਆਂ ਪਲਾਨਸ, ਆਪਣੇ ਸਕੈਜੂਲ ਉਹ ਨਹੀਂ ਚੱਲਦੇ, ਬਲਕਿ ਜਦੋਂ ਪਵਿੱਤਰ ਆਤਮਾ ਦਾ ਬਪਤਿਸਮਾ ਮਿਲ ਜਾਂਦਾ ਆਪਾਂ ਨੂੰ, ਉਦੋਂ ਪਵਿੱਤਰ ਆਤਮਾ ਹੀ ਆਪਣੀ ਜ਼ਿੰਦਗੀ ਨੂੰ ਲੀਡ ਕਰਦੀ ਹੈ। ਆਮੇਨ। ਪ੍ਰਭੂ ਦੇ ਭੈਣੋ, ਇਹ ਜ਼ਰੂਰੀ ਆ ਕਿ ਪਵਿੱਤਰ ਆਤਮਾ ਦੀ ਲੀਡਿੰਗ ਦੇ ਵਿੱਚ ਚੱਲੀਏ, ਉਸ ਨੂੰ ਆਪਣੀ ਜ਼ਿੰਦਗੀ ਨੂੰ ਲੀਡ ਕਰਨ ਦਿਓ। ਲੇਕਿਨ ਜਿਹਨੇ ਰੂਹ ਦਾ ਬਪਤਿਸਮਾ ਪ੍ਰਾਪਤ ਕਰ ਲਿਆ ਤੇ ਜਿਹੜਾ ਦਿਨ ਰਾਤ ਰੂਹ ਦੇ ਬਪਤਿਸਮੇ ਵਿੱਚ ਬਣਿਆ ਰਹਿੰਦਾ ਆ, ਜਿਹੜਾ ਆਪਣੇ ਆਪ ਨੂੰ ਰੂਹ 'ਚ ਭਰੀ ਰੱਖਦਾ ਆ, ਉਹਦੀ ਜ਼ਿੰਦਗੀ ਨੂੰ ਪਵਿੱਤਰ ਆਤਮਾ ਲੀਡ ਕਰੇਗਾ, ਗਾਈਡ ਕਰੇਗਾ, ਡਾਇਰੈਕਟ ਕਰੇਗਾ। ਪਰਮੇਸ਼ਰ ਦੀ ਮਰਜ਼ੀ, ਉਹਦੀ ਜਿਹੜੀ ਪਲਾਨ ਹੈ ਤੁਹਾਡੀ ਜ਼ਿੰਦਗੀ ਦੇ ਵਾਸਤੇ, ਤੁਹਾਡੀ ਜ਼ਿੰਦਗੀ 'ਚ ਪੂਰੀ ਹੋਵੇਗੀ। ਕਿਉਂ? ਕਿਉਂਕਿ ਉਸ ਪਲਾਨ 'ਤੇ ਪਵਿੱਤਰ ਆਤਮਾ ਹੁਣ ਤੁਹਾਨੂੰ ਚਲਾਵੇਗਾ, ਤੁਹਾਨੂੰ ਲੈ ਕੇ ਜਾਵੇਗਾ। ਆਮੇਨ। ਸੋ ਇਹ ਤਾਂ ਬਪਤਿਸਮੇ ਦੇ ਬਾਰੇ ਆਪਾਂ 4 ਚੀਜ਼ਾਂ ਦੇਖੀਆਂ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਦੇ ਵਿੱਚ। ਪ੍ਰਭੂ ਦੇ ਭੈਣੋ, ਹੁਣ ਆਪਾਂ ਅੱਗੇ ਵਧਾਂਗੇ ਤੇ ਅੱਗੇ ਜਾ ਕੇ ਆਪਾਂ ਦੇਖਾਂਗੇ ਕਿ ਇਹ ਜਿਹੜਾ ਬਪਤਿਸਮਾ ਹੈਗਾ ਪ੍ਰਭੂ ਦੇ ਭੈਣੋ, ਪਵਿੱਤਰ ਆਤਮਾ ਦਾ ਬਪਤਿਸਮਾ, ਇਹ ਬਪਤਿਸਮਾ ਜਿਹੜਾ ਆ, ਇਹ ਆਪਾਂ ਨੂੰ ਸੁਪਰਨੈਚੁਰਲ ਲਾਈਫ ਦੀ ਐਂਟਰੈਂਸ ਦੇ ਵਿੱਚ ਲੈ ਕੇ ਜਾਂਦਾ ਹੈ। ਯਾਨੀ ਕਿ ਤੁਸੀਂ ਇੱਕ ਐਸੀ ਜ਼ਿੰਦਗੀ ਬਤੀਤ ਕਰਦੇ ਹੋ ਜਿਹੜੀ ਸੁਪਰਨੈਚੁਰਲ ਜ਼ਿੰਦਗੀ ਹੁੰਦੀ ਆ, ਲੇਕਿਨ ਉਸ ਦੇ ਉਹਦੇ ਵਿੱਚ ਐਂਟਰ ਹੋਣ ਦੇ ਵਾਸਤੇ ਤੁਹਾਨੂੰ ਇਹ ਪਵਿੱਤਰ ਆਤਮਾ, ਪਾਕ ਰੂਹ ਹੀ ਤੁਹਾਨੂੰ ਉਸ ਚੀਜ਼ ਦੇ ਵਿੱਚ ਐਂਟਰ ਕਰਨ ਦੀ ਸ਼ਕਤੀ ਦਿੰਦਾ ਆ
ਤੇ ਬਰਕਤ ਦਿੰਦਾ ਹੈ। ਮੈਂ ਤੁਹਾਡੇ ਨਾਲ ਅੱਜ 7 ਚੀਜ਼ਾਂ ਸ਼ੇਅਰ ਕਰਾਂਗਾ ਚੜ੍ਹਦੇ ਨੇ ਕਿ ਜਦੋਂ ਤੁਸੀਂ ਪਵਿੱਤਰ ਆਤਮਾ ਦਾ ਬੈਪਟਿਜ਼ਮ ਪ੍ਰਾਪਤ ਕਰ ਲੈਂਦੇ ਹੋ, ਜਾਂ ਜਦੋਂ ਤੁਸੀਂ ਪਵਿੱਤਰ ਆਤਮਾ ਦੇ ਬੈਪਟਿਜ਼ਮ ਦੇ ਵਿੱਚ ਯਾਨੀ ਕਿ ਰੂਹ ਦੇ ਵਿੱਚ ਤੁਸੀਂ ਤਰੱਕੀ ਕਰਦੇ ਹੋ, ਰੂਹ ਦੇ ਵਿੱਚ ਤੁਸੀਂ ਅੱਗੇ ਵੱਧਦੇ ਹੋ, ਜਾਂ ਤੁਸੀਂ ਰੂਹ ਨੂੰ ਭਾਲ ਰਹੇ ਹੋ, ਪਵਿੱਤਰ ਆਤਮਾ ਦੇ ਬੈਪਟਿਜ਼ਮ ਨੂੰ ਭਾਲ ਰਹੇ ਹੋ ਆਪਣੇ ਪੂਰੇ ਭੁੱਖ ਦੇ ਨਾਲ, ਪੂਰੇ ਦਿਲ ਦੇ ਨਾਲ, ਉਦੋਂ ਮੈਂ ਤੁਹਾਨੂੰ ਦੱਸਾਂ ਕਿ ਪਵਿੱਤਰ ਆਤਮਾ ਤੁਹਾਨੂੰ ਲੈ ਕੇ ਜਾਵੇਗਾ ਇੱਕ ਐਸੀ ਜ਼ਿੰਦਗੀ ਦੇ ਵਿੱਚ ਜਿਹੜੀ ਸੁਪਰਨੈਚੁਰਲ ਜ਼ਿੰਦਗੀ ਹੋਵੇਗੀ। ਆਮੀਨ। ਸੋ ਇਹ 7 ਚੀਜ਼ਾਂ ਇੰਟਰੋਡਿਊਸ ਕਰਾਵੇਗਾ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ। ਸੋ ਸਭ ਤੋਂ ਪਹਿਲਾਂ ਦੇਖਾਂਗੇ ਆਪਾਂ ਤੁਹਾਡੇ ਵਿੱਚ ਪਵਿੱਤਰ ਆਤਮਾ ਤੁਹਾਡੇ ਵਿੱਚ ਇੱਕ ਖਾਸ ਇੱਕ ਨਈ ਅਵੇਅਰਨੈਸ ਲੈ ਕੇ ਆ ਜਾਵੇਗਾ। ਤੁਹਾਨੂੰ ਅੰਦਾਜ਼ਾ ਹੋ ਜਾਇਆ ਕਰੇਗਾ ਇਹਨਾਂ ਚੀਜ਼ਾਂ ਦਾ। ਪਹਿਲਾਂ ਨਹੀਂ ਹੁੰਦਾ ਸੀ ਅੰਦਾਜ਼ਾ ਇਹਨਾਂ ਚੀਜ਼ਾਂ ਦਾ, ਪਹਿਲਾਂ ਨਹੀਂ ਆਉਂਦੀ ਸੀ ਅਵੇਅਰਨੈਸ ਇਹਨਾਂ ਚੀਜ਼ਾਂ ਦੀ, ਲੇਕਿਨ ਹੁਣ ਰੂਹ ਦੇ ਬੈਪਟਿਜ਼ਮ ਤੋਂ ਬਾਅਦ ਅਚਾਨਕ ਹੀ ਤੁਹਾਡੇ ਵਿੱਚ ਇੱਕ ਨਈ ਅਵੇਅਰਨੈਸ ਜਾਗੇਗੀ। ਆਮੀਨ। ਇੱਕ ਨया ਅੰਦਾਜ਼ਾ ਜਾਗੇਗਾ ਇਹਨਾਂ ਚੀਜ਼ਾਂ ਦੀ। ਦੇਖਾਂਗੇ ਪਰਮੇਸ਼ਰ ਦਾ ਵਚਨ ਆਪਾਂ ਨੂੰ ਕੀ ਆਖਦਾ ਆ। ਚੇਲਿਆਂ ਦੇ ਕਰਤੱਵ ਦੂਸਰਾ ਚੈਪਟਰ ਦੇਖੋ, ਉਹਦਾ 17ਵਾਂ ਤੇ 18ਵਾਂ ਵਰਸ ਦੇਖੋ ਕਿਸ ਤਰ੍ਹਾਂ 17ਵੇਂ ਤੇ 18ਵੇਂ ਵਰਸ ਦੇ ਵਿੱਚ ਉਹਨਾਂ ਲੋਕਾਂ ਨੂੰ ਇੱਕ ਨਈ ਅਵੇਅਰਨੈਸ ਹੋ ਗਈ, ਇੱਕ ਨया ਤਜਰਬਾ ਹੋਣ ਲੱਗਿਆ। ਆਮੀਨ। ਇੱਕ ਖਾਸ ਨਈ ਖੁਆਇਸ਼ ਉਹਨਾਂ ਵਿੱਚ ਜਾਗਣ ਲੱਗੀ। ਸੈਂਸਿਟਿਵਨੈਸ ਵੱਧ ਗਈ ਉਹਨਾਂ ਦੇ ਵਿੱਚ ਰੂਹਾਨੀ ਚੀਜ਼ਾਂ ਦੀ। ਦੇਖੋ ਧਿਆਨ ਨਾਲ ਪੜਾਂਗੇ ਚੇਲਿਆਂ ਦੇ ਕਰਤੱਵ ਚੈਪਟਰ 2 ਵਰਸ 17 ਐਂਡ 18। ਹਾਂਜੀ। ਅੰਤਮ ਦਿਨਾਂ ਵਿੱਚ ਮੈਂ ਇਸ ਤਰ੍ਹਾਂ ਕਰਾਂਗਾ, ਪਰਮੇਸ਼ਰ ਨੇ ਕਿਹਾ, ਮੈਂ ਆਪਣੀ ਆਤਮਾ ਨੂੰ ਸਭ ਮਨੁੱਖਾਂ ਉੱਤੇ ਡੋਲਾਂਗਾ। ਫਿਰ ਤੁਹਾਡੇ ਪੁੱਤਰ ਅਤੇ ਪੁੱਤਰੀਆਂ ਅਗੰਮੀ ਵਾਕ ਕਰਨਗੇ, ਤੁਹਾਡੇ ਨੌਜਵਾਨ ਦਰਸ਼ਨ ਦੇਖਣਗੇ ਅਤੇ ਤੁਹਾਡੇ ਬਜ਼ੁਰਗ ਸੁਪਨੇ ਦੇਖਣਗੇ। ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ ਉਹਨਾਂ ਦਿਨਾਂ ਵਿੱਚ ਆਪਣੀ ਆਤਮਾ ਡੋਲਾਂਗਾ ਅਤੇ ਉਹ ਅਗੰਮੀ ਵਾਕ ਕਰਨਗੇ। ਹਾਲੇਲੂਇਆ। ਇਹ ਵਚਨ ਪੂਰਾ ਹੋਇਆ ਤੁਹਾਡੀਆਂ ਜ਼ਿੰਦਗੀਆਂ 'ਚ ਪਵਿੱਤਰ ਆਤਮਾ ਦੇ ਬੈਪਟਿਜ਼ਮ ਤੋਂ ਬਾਅਦ। ਪਹਿਲਾਂ ਪੁਰਾਣੇ ਨਿਯਮ ਦੇ ਵਿੱਚ ਟਾਵਾਂ ਇਨਸਾਨ ਸੀ ਜਿਹਨੂੰ ਕਦੇ ਰੱਬ ਦੀ ਆਵਾਜ਼ ਸੁਣਦੇ ਸੀ, ਉਹਨੂੰ ਪ੍ਰੋਫਿਟ ਕਹਿੰਦੇ ਹੁੰਦੇ ਸੀ, ਨਬੀ ਕਹਿੰਦੇ ਹੁੰਦੇ ਸੀ। ਲੇਕਿਨ ਹੁਣ ਨਵੇਂ ਨਿਯਮ ਦੇ ਵਿੱਚ ਦੇਖੋ ਤੁਸੀਂ ਲਿਖਿਆ ਹੈ ਕਿ ਤੁਹਾਡੇ ਬੱਚੇ ਜਿਹੜੇ ਨੇ, ਤੁਹਾਡੀਆਂ ਧੀਆਂ, ਲਿਖਿਆ ਤੁਹਾਡੀਆਂ ਧੀਆਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਗੀਆਂ। ਲਿਖਿਆ ਤੁਹਾਡੇ ਜਿਹੜੇ ਬੇਟੇ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਗੇ। ਲਿਖਿਆ ਤੁਹਾਡੇ ਜਿਹੜੇ ਜਵਾਨ ਨੇ ਉਹ ਵੀ ਸੁਪਨੇ ਦੇਖਣਗੇ, ਉਹ ਵੀ ਡ੍ਰੀਮਸ ਦੇਖਣਗੇ, ਉਹ ਵੀ ਵਿਜ਼ਨ ਦੇਖਣਗੇ। ਜਿਹੜੇ ਤੁਹਾਡੇ ਬਜ਼ੁਰਗ ਨੇ ਉਹ ਵੀ ਵਿਜ਼ਨਸ ਦੇਖਣਗੇ, ਉਹਨਾਂ ਦੇ ਵਿੱਚ ਵੀ ਇਹ ਅਵੇਅਰਨੈਸ ਜਿਹੜੀ ਹੈ ਜਾਗ ਪਵੇਗੀ। ਲਿਖਿਆ ਜਿਹੜੇ ਸੇਵਕ ਨੇ ਤੁਹਾਡੇ ਉਹ ਵੀ ਪਰਮੇਸ਼ਰ ਦੀ ਰੂਹ ਨਾਲ ਭਰੇ ਜਾਣਗੇ। ਯਾਨੀ ਕਿ ਸਾਰੇ ਹੀ ਪਵਿੱਤਰ ਆਤਮਾ ਦੇ ਬੈਪਟਿਜ਼ਮ ਤੋਂ ਬਾਅਦ ਤੁਹਾਡੇ ਵਿੱਚ ਇੱਕ ਖਾਸ ਅਵੇਅਰਨੈਸ ਖੜੀ ਹੋ ਜਾਂਦੀ ਹੈ। ਤੁਸੀਂ ਇਹਨਾਂ ਰੂਹਾਨੀ ਚੀਜ਼ਾਂ ਦੇ ਵਾਸਤੇ ਸੈਂਸਿਟਿਵ ਬਣ ਜਾਓਗੇ। ਸੈਂਸਿਟਿਵਨੈਸ ਆ ਜਾਵੇਗੀ ਤੁਹਾਡੇ ਵਿੱਚ ਇਹਨਾਂ ਚੀਜ਼ਾਂ ਦੇ ਬਾਰੇ। ਜਿੱਦਾਂ ਕਹਿ ਲਓ ਕਿ ਆਪਣੀਆਂ 5 ਸੈਂਸਿਸ ਹੈਗੀਆਂ ਨੇ ਬੰਦੇ ਦੀਆਂ, ਉਹੀ 5 ਸੈਂਸਿਸ ਰੂਹਾਨੀ ਚੀਜ਼ਾਂ ਦੇ ਵਾਸਤੇ ਐਕਟਿਵ ਹੋ ਜਾਣਗੀਆਂ। ਯਾਨੀ ਕਿ ਰੂਹਾਨੀ ਅੱਖਾਂ ਜਿਹੜੀਆਂ ਨੇ ਨਾਰਮਲ ਦੇਖਦੀਆਂ ਸੀ, ਲੇਕਿਨ ਹੁਣ ਰੂਹਾਨੀ ਚੀਜ਼ਾਂ ਦੇਖ ਸਕਿਆ ਕਰਨਗੀਆਂ। ਕੰਨ ਜਿਹੜੇ ਸੀ ਨਾਰਮਲ ਸੁਣ ਰਹੇ ਸੀ, ਲੇਕਿਨ ਹੁਣ ਰੂਹਾਨੀ ਚੀਜ਼ ਸੁਣ ਸਕਿਆ ਕਰਨਗੇ। ਨੱਕ ਜਿਹੜੇ ਸੀ ਨਾਰਮਲ ਸੁੰਘਦੇ ਸੀ, ਲੇਕਿਨ ਹੁਣ ਰੂਹਾਨੀ ਚੀਜ਼ਾਂ ਸੁੰਘ ਸਕਦੇ ਹੋਗੇ। ਤੁਸੀਂ ਚੱਖਦੇ ਸੀਗੇ ਨਾਰਮਲੀ, ਲੇਕਿਨ ਹੁਣ ਤੁਸੀਂ ਰੂਹਾਨੀ ਚੀਜ਼ ਚੱਖ ਸਕਦੇ ਕਰੋਗੇ। ਸੈਂਸਿਟਿਵਨੈਸ ਤੁਹਾਨੂੰ ਰੂਹਾਨੀ ਸੈਂਸਿਟਿਵਨੈਸ ਤੁਹਾਡੇ ਵਿੱਚ ਯਾਨੀ ਕਿ ਇੱਕ ਐਸੀ ਅਵੇਅਰਨੈਸ ਤੁਹਾਡੇ ਵਿੱਚ ਆ ਜਾਵੇਗੀ ਜਿਹੜੀ ਰੂਹਾਨੀ ਆ। ਪ੍ਰਭੂ ਰੂਹ ਦੇ ਵਿੱਚ ਬਣੇ ਰਹੋ। ਪ੍ਰਭੂ ਜਿਨ੍ਹਾਂ ਨੂੰ ਰੂਹ ਦਾ ਬੈਪਟਿਜ਼ਮ ਨਹੀਂ ਮਿਲਿਆ ਉਹ ਬੱਚਿਆਂ ਨੂੰ ਸੁਣ ਰਹੇ ਨੇ। ਜੇ ਤੁਸੀਂ ਆਪਣੇ ਦਿਲ ਦੇ ਨਾਲ ਰੂਹ ਦੇ ਬੈਪਟਿਜ਼ਮ ਨੂੰ ਪੁਕਾਰੋ, ਰੂਹ ਦੇ ਬੈਪਟਿਜ਼ਮ ਨੂੰ ਭਾਲੋ, ਉਹਨੂੰ ਢੂੰਡੋ, ਉਹਦੇ ਪਿੱਛੇ ਪਵੋ, ਫਿਰ ਵੀ ਤੁਹਾਡੇ ਵਿੱਚ ਇਹ ਚੀਜ਼ਾਂ ਆ ਜਾਣਗੀਆਂ। ਆਮੀਨ। ਤੁਹਾਡੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ ਰੂਹ ਦੀਆਂ। ਜਿਨ੍ਹਾਂ ਨੂੰ ਰੂਹ ਦਾ ਬੈਪਟਿਜ਼ਮ ਨਹੀਂ ਮਿਲਿਆ ਉਹ ਵੀ ਪ੍ਰਭੂ ਦੇ ਪੈਰੋਂ ਇਹ ਬਰਕਤ ਪ੍ਰਾਪਤ ਕਰ ਸਕਦੇ ਨੇ। ਜੇ ਉਹਨੂੰ ਭੁੱਖ ਪਿਆਸ ਨਾਲ ਪੁਕਾਰੋ, ਪਰਮੇਸ਼ਰ ਦੇ ਪਿੱਛੇ ਆਈਏ ਤੇ ਉਹਨੂੰ ਢੂੰਡੀਏ। ਆਮੀਨ। ਜਿਨ੍ਹਾਂ ਨੂੰ ਰੂਹ ਦਾ ਬੈਪਟਿਜ਼ਮ ਮਿਲ ਗਿਆ ਉਹ ਇਹਦੇ ਵਿੱਚ ਬਣੇ ਰਹਿਣ। ਐ ਨਾ ਹੋਵੇ ਕਿ ਤੁਸੀਂ ਕਹਿੰਦੇ ਹਾਂਜੀ ਇਹ ਫਲਾਨਾ ਪਰਮੇਸ਼ਰ ਦਾ ਬੰਦਾ ਆਇਆ ਸੀ, ਉਦੋਂ ਮੈਨੂੰ ਰੂਹ ਦਾ ਬੈਪਟਿਜ਼ਮ ਮਿਲਿਆ ਸੀ, ਬੋਲੇ ਸੀ ਮੈਂ 2-4 ਸ਼ਬਦ, ਲੇਕਿਨ ਉਹ ਤੋਂ ਬਾਅਦ ਨਹੀਂ ਮੈਨੂੰ ਕੋਈ ਸ਼ਬਦ ਆਇਆ। ਯਾਨੀ ਕਿ ਤੁਸੀਂ ਗਵਾਹ ਬੈਠੇ ਹੋ। ਦੁਬਾਰਾ ਫਿਰ ਪਰਮੇਸ਼ਰ ਚਰਨਾਂ ਵਿੱਚ ਆਵੋ ਤੇ ਦੁਬਾਰਾ ਫਿਰ ਪਾਕ ਰੂਹ ਦੇ ਵਿੱਚ ਵਧੀਏ, ਦੂਜੀਆਂ ਬੋਲੀਆਂ 'ਚ ਵਧੀਏ ਤੇ ਦੂਸਰੀਆਂ ਬੋਲੀਆਂ 'ਚ ਦੁਆਵਾਂ ਕਰੀਏ ਤਾਂ ਕਿ ਇਹ ਰੂਹਾਨੀ ਅਵੇਅਰਨੈਸ, ਯਾਦ ਰੱਖੋ ਇਹ ਬੈਪਟਿਜ਼ਮਾਂ ਜਾਂ ਰੂਹ ਦਾ ਜਿਹੜਾ ਸਾਨੂੰ ਇੰਟਰੈਂਸ ਦਿੰਦਾ ਆ ਇੱਕ ਐਸੀ ਜ਼ਿੰਦਗੀ ਦੇ ਵਾਸਤੇ ਜੋ ਸੁਪਰ नेचुरल जिंदगी है। ये ना जोर से, ये ना ताकत से, ये परमेश्वर की रूह से है। आमीन। और रूह ਦਿੱਤੀ ਆ ਉਹਦੇ ਵਿੱਚ ਬਣੀਏ। ਸੋ ਪਹਿਲੇ ਨੰਬਰ ਤੇ
ਪਵਿੱਤਰ ਆਤਮਾ ਤੁਹਾਡੇ ਵਿੱਚ ਇੱਕ ਐਸੀ ਅਵੇਅਰਨੈਸ ਪੈਦਾ ਕਰ ਦੇਗਾ। ਦੂਸਰੇ ਨੰਬਰ ਤੇ ਦੇਖਾਂਗੇ ਭਰਾਵਾਂ ਤੇ ਭੈਣੋ, ਇੱਕ ਐਸੇ ਫੰਕਸ਼ਨਸ ਤੁਹਾਡੇ ਵਿੱਚ ਆ ਜਾਣਗੇ ਜਿਹੜੇ ਪਵਿੱਤਰ ਆਤਮਾ ਦੇ ਫੰਕਸ਼ਨਸ ਨੇ। ਪੜਾਂਗੇ ਆਪਾਂ ਪਰਮੇਸ਼ਰ ਦਾ ਵਚਨ, ਪਹਿਲਾ ਕੋਰਿੰਥੀਅਨ ਉਹਦਾ 12ਵਾਂ ਚੈਪਟਰ, ਤੇ ਪੂਰੇ ਦਾ ਪੂਰਾ ਚੈਪਟਰ ਪੜਾਂਗੇ। ਲੇਕਿਨ ਹਰ ਇੱਕ ਆਪਣੇ ਵਿੱਚੋਂ ਆਪਣੇ ਘਰ ਵਿੱਚ ਪੜ੍ਹੇਗਾ। ਇਹ ਹੋਮਵਰਕ ਹੈ ਤੁਹਾਡੇ ਵਾਸਤੇ। ਲੇਕਿਨ ਜਦੋਂ ਤੁਸੀਂ ਇਹ ਸਾਰਾ ਚੈਪਟਰ ਪੜ੍ਹਦੇ ਹੋ, 12ਵਾਂ ਚੈਪਟਰ ਪੜ੍ਹਦੇ ਹੋ ਤੁਸੀਂ ਪਹਿਲੇ ਕੋਰਿੰਥੀਅਨ ਦੇ ਵਿੱਚ, ਤੇ ਇਸ ਚੈਪਟਰ ਦੇ ਵਿੱਚ ਰੂਹ ਦੀਆਂ ਦਾਤਾਂ ਦੇ ਬਾਰੇ ਲਿਖਿਆ ਹੋਇਆ, ਰੂਹ ਦੇ ਮਸਾਂ ਦੇ ਬਾਰੇ ਲਿਖਿਆ ਹੋਇਆ, ਰੂਹ ਦੇ ਟੈਲੈਂਟਸ ਦੇ ਬਾਰੇ ਲਿਖਿਆ ਹੋਇਆ, ਰੂਹ ਦੇ ਗਿਫਟਿੰਗਸ ਦੇ ਬਾਰੇ ਲਿਖਿਆ ਹੋਇਆ, ਰੂਹ ਦੀਆਂ ਮਿਨਿਸਟਰੀਜ਼ ਬਾਰੇ ਲਿਖਿਆ ਹੋਇਆ, ਰੂਹ ਦੀਆਂ ਬਰਕਤਾਂ, ਰੂਹ ਦੀਆਂ ਚੀਜ਼ਾਂ, ਰੂਹ ਦੇ ਆਸ਼ੀਰਵਾਦਾਂ ਦੇ ਬਾਰੇ ਲਿਖਿਆ ਹੋਇਆ ਭਰਾਵੋ ਤੇ ਭੈਣੋ, ਰੂਹ ਦੀਆਂ ਸ਼ਕਤੀਆਂ ਦੇ ਬਾਰੇ, ਆਵਾਜ਼ ਦੇ ਬਾਰੇ ਰੂਹ ਵੱਲੋਂ ਆਉਂਦੀ ਆ, ਡਿਫਰੈਂਟ ਤਰੀਕੇ ਰੂਹ ਦੇ ਕਿਸ ਤਰ੍ਹਾਂ, ਜਾਨੀ ਕਿ ਭਰਾਵੋ ਵੱਖਰੇ ਵੱਖਰੇ ਫੰਕਸ਼ਨਸ ਪਵਿੱਤਰ ਆਤਮਾ ਦੇ, ਵੱਖਰੇ ਵੱਖਰੇ ਰੂਹਾਨੀ ਫੰਕਸ਼ਨਸ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਉਤਰੇ ਆਉਂਦੇ ਨੇ ਜਦੋਂ ਆਪਾਂ ਪਵਿੱਤਰ ਆਤਮਾ ਦੇ ਬੈਪਟਿਜ਼ਮ ਦੇ ਵਿੱਚ ਵੱਧਦੇ ਹੈਗੇ। ਆਮੀਨ। ਬਹੁਤ ਵੱਡੀ ਬਰਕਤ ਹੈਗੀ ਹੈ ਭਰਾਵੋ ਤੇ ਭੈਣੋ। ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਨੂੰ ਇਹਦੇ ਬਾਰੇ ਹੋਰ ਕੁਝ ਵੀ ਬਹੁਤ ਸਾਰੀਆਂ ਚੀਜ਼ਾਂ ਸਾਰੀ ਚੇਲਿਆਂ ਨੇ ਕਰਦਾ ਹੋਇਆ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਲੇਕਿਨ ਜੇ ਤੁਸੀਂ ਉਹਨਾਂ ਰੂਹ ਦੇ ਫੰਕਸ਼ਨਸ ਦੇ ਵਿੱਚ ਐਕਟਿਵ ਹੋਣਾ ਹੈ ਤਾਂ ਤੁਸੀਂ ਰੂਹ ਦੇ ਬੈਪਟਿਜ਼ਮ ਦੇ ਵਿੱਚ ਬਣੇ ਰਹੋ। ਆਮੀਨ। ਇਹਨਾਂ ਦਿਨਾਂ ਦੇ ਵਿੱਚ ਪੈਂਟੀਕੋਸਟ ਮਨਾਇਆ ਜਾ ਰਿਹਾ ਹੈ। ਲੇਕਿਨ ਭਰਾਵੋ ਤੇ ਭੈਣੋ, ਜੇ ਰੂਹ ਦੇ ਵਿੱਚ ਬਣੇ ਹੀ ਨਹੀਂ ਰਹੇ, ਜੇ ਰੂਹ ਦੇ ਵਿੱਚ ਦੁਆ ਹੀ ਨਹੀਂ ਕੀਤੀ ਲਗਾਤਾਰ, ਤਾਂ ਭਰਾਵੋ ਕਿਹੜਾ ਪੈਂਟੀਕੋਸਟ। ਆਮੀਨ। ਸਿਰਫ ਨਾਮ ਦੇ, ਤੁਸੀਂ ਉਹ ਐਸੇ ਗਿਰਜੇ ਦੇਖੇ ਹੋਣੇ ਸਿਰਫ ਨਾਮ ਦੇ ਪੈਂਟੀਕੋਸਟ ਨੇ। ਆਮੀਨ। ਉਹਦੇ ਵਿੱਚ ਰੂਹ ਦੇ ਵਿੱਚ ਦੁਆਵਾਂ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਤੇ ਉਹ ਨਾ ਟੰਗਸ ਪ੍ਰੇ ਕਰਦੇ ਨੇ, ਸਿਰਫ ਨਾਮ ਦੇ ਪੈਂਟੀਕੋਸਟ ਨੇ। ਭਰਾਵੋ ਤੇ ਭੈਣੋ, ਇਸ ਤਰ੍ਹਾਂ ਨਾ ਹੋਣ ਦੇਈਏ। ਆਪਣੀ ਜ਼ਿੰਦਗੀ ਦੇ ਵਿੱਚ ਰੂਹ ਦੇ ਵਿੱਚ ਵਧੀਏ, ਦੂਸਰੀਆਂ ਬੋਲੀਆਂ ਦੇ ਵਿੱਚ ਵਧੀਏ, ਰੱਬ ਦੀ ਇਬਾਦਤ ਕਰੀਏ, ਉਹਦੀ ਮਹਿਮਾ, ਉਹਦਾ ਨਾਮ ਉੱਚਾ ਕਰੀਏ, ਤਾਂ ਕਿ ਇਕਲੀਸੀਆ ਤਰੱਕੀ ਕਰ ਸਕੇ, ਪ੍ਰਭੂ ਦਾ ਨਾਮ ਉੱਚਾ ਹੋ ਸਕੇ, ਤੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ, ਆਪਣੇ ਗਿਰਜਾਵਾਂ ਦੇ ਵਿੱਚ ਰੂਹ ਦੇ ਕੰਮ ਹੋ ਸਕਣ। ਲੇਕਿਨ ਉਹਨਾਂ ਕੰਮਾਂ ਦੇ ਫੰਕਸ਼ਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਐਕਟਿਵ ਹੋਵੋਗੇ ਜੇ ਤੁਸੀਂ ਰੂਹ ਦਾ ਬੈਪਟਿਜ਼ਮ ਹੀ ਨਹੀਂ ਪ੍ਰਾਪਤ ਕੀਤਾ। ਸੋ ਪਵਿੱਤਰ ਆਤਮਾ ਦੇ ਨਾਲ ਭਰੇ ਰਹੋ, ਇਹ ਮੇਰੀ ਪ੍ਰੇਰ ਹੈ ਤੁਹਾਡੇ ਸਾਰਿਆਂ ਵਾਸਤੇ। ਦੇਖੋ ਤੀਸਰੇ ਨੰਬਰ ਤੇ ਆਪਾਂ ਦੇਖਾਂਗੇ ਭਰਾਵੋ ਤੇ ਭੈਣੋ, ਚੇਲਿਆਂ ਦੇ ਕਰਤੱਵ ਚੈਪਟਰ ਪਹਿਲਾ ਉਹਦਾ 8ਵਾਂ ਵਰਸ ਦੇਖਾਂਗੇ। ਹਾਂਜੀ ਪੜਾਂਗੇ। ਬੜਾ ਫੇਮਸ ਵਰਸ ਹੈਗਾ ਆ ਇਹ, ਮੇਰੇ ਖਿਆਲ ਆਪਾਂ ਸਾਰਿਆਂ ਨੂੰ ਜਵਾਨੀ ਵੀ ਯਾਦ ਕਈ ਭੈਣ ਭਰਾ ਕਰਦੇ ਨੇ ਇਹਨੂੰ। ਚੇਲਿਆਂ ਦੇ ਕਰਤੱਵ ਚੈਪਟਰ 1 ਵਰਸ 8। ਹਾਂਜੀ ਹਾਂਜੀ, ਚੇਲਿਆਂ ਦੇ ਕਰਤੱਵ ਪਹਿਲੇ ਦਾ 8ਵਾਂ ਵਰਸ ਦੇਖਾਂਗੇ, ਪੰਜਾਬੀ ਦੇ ਵਿੱਚ ਆਪਾਂ ਪੜਾਂਗੇ। ਹਾਂਜੀ ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਅਤੇ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ, ਤਾਂ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦੇ ਵਿੱਚ, ਸਾਰੇ ਸਾਮਰੀਆ ਵਿੱਚ ਅਤੇ ਪ੍ਰਿਥਵੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਸਾਥੀ ਹੋਵੋਗੇ। ਜਦੋਂ ਤੁਸੀਂ ਪਵਿੱਤਰ ਆਤਮਾ ਪ੍ਰਾਪਤ ਕਰੋਗੇ, ਪਵਿੱਤਰ ਆਤਮਾ ਦਾ ਬੈਪਟਿਜ਼ਮ ਪ੍ਰਾਪਤ ਕਰੋਗੇ, ਤੁਹਾਡੇ ਤੇ ਸ਼ਕਤੀ ਉਤਰੇਗੀ। ਆਮੀਨ। ਤੁਸੀਂ ਸ਼ਕਤੀ ਪ੍ਰਾਪਤ ਕਰੋਗੇ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ। ਜਾਨੀ ਕਿ ਭਰਾਵੋ ਤੇ ਭੈਣੋ, ਇਹ ਬੈਪਟਿਜ਼ਮ ਆਇਆ ਪਵਿੱਤਰ ਆਤਮਾ ਦਾ, ਜਿਹੜਾ ਸਾਨੂੰ ਸ਼ਕਤੀ ਵੱਲੋਂ ਲੈ ਕੇ ਜਾਣਾ ਚਾਹੁੰਦਾ ਹੈ। ਆਮੀਨ। ਜੇ ਸ਼ਕਤੀ ਕਿਸੇ ਤਰੀਕੇ ਨਾਲ ਆਣੀ ਆ ਆਪਣੀਆਂ ਜ਼ਿੰਦਗੀਆਂ 'ਚ, ਆਪਣੇ ਘਰਾਂ 'ਚ, ਆਪਣੇ ਕਲੀਸਿਆਵਾਂ ਦੇ ਵਿੱਚ, ਭਰਾਵੋ ਤੇ ਭੈਣੋ, ਉਹ ਪਵਿੱਤਰ ਆਤਮਾ ਥਾਈ ਦੀ ਆਣੀ ਆ, ਤੇ ਪਵਿੱਤਰ ਆਤਮਾ ਦੇ ਬੈਪਟਿਜ਼ਮ ਥਾਈ ਦੀ ਆਣੀ ਆ। ਇਹਦੇ ਵਿੱਚ ਬਣੇ ਰਹੀਏ। ਆਮੀਨ। ਚੌਥੇ ਨੰਬਰ ਤੇ ਦੇਖਾਂਗੇ ਆਪਾਂ ਚੱਲਦੇ ਨੇ 1 ਕੋਰਿੰਥੀਅਨ ਚੈਪਟਰ 2 ਉਹਦਾ 9ਵਾਂ ਤੇ 10ਵਾਂ। ਪ੍ਰਭੂ ਤੇ ਭੈਣੋ, ਇਹ ਪਵਿੱਤਰ ਆਤਮਾ ਦਾ ਬੈਪਟਿਜ਼ਮ ਹੀ ਆ ਜਿਹੜਾ ਸਾਨੂੰ ਸੁਪਰਨੈਚੁਰਲ ਜ਼ਿੰਦਗੀ ਦੇ ਵਿੱਚ ਇੰਟਰਸਟ ਦਿੰਦਾ ਆ। ਇਹ ਪਵਿੱਤਰ ਆਤਮਾ ਦਾ ਬੈਪਟਿਜ਼ਮ ਹੀ ਆ ਜਿਹੜਾ ਸਾਡੀ ਜ਼ਿੰਦਗੀ 'ਚ ਐਸੀਆਂ ਰੈਵਲੇਸ਼ਨਸ ਲੈ ਕੇ ਆਉਂਦਾ ਆ, ਐਸੀਆਂ ਇਲੂਮੀਨੇਸ਼ਨਸ ਲੈ ਕੇ ਆਉਂਦਾ ਆ। ਯਾਦ ਰੱਖੋ ਕਿ ਪਵਿੱਤਰ ਆਤਮਾ ਜਿਹੜੀ ਵੀ ਰੈਵਲੇਸ਼ਨ ਲੈ ਕੇ ਆਵੇਗਾ, ਉਹ ਬਾਈਬਲ 'ਚੋਂ ਹੀ ਹੋਵੇਗੀ। ਬਾਈਬਲ ਤੋਂ ਬਾਹਰ ਹੋ ਕੇ ਕੋਈ ਰੈਵਲੇਸ਼ਨ ਪਵਿੱਤਰ ਆਤਮਾ ਲੈ ਕੇ ਨਹੀਂ ਆਵੇਗਾ। ਜੇ ਕੋਈ ਆਉਂਦੀ ਆ ਤਾਂ ਰੱਬ ਵੱਲੋਂ ਨਹੀਂ ਹੈ, ਸ਼ੈਤਾਨ ਵੱਲੋਂ ਆ। ਲੇਕਿਨ ਜਿੰਨੀ ਵੀ ਰੈਵਲੇਸ਼ਨ ਪਵਿੱਤਰ ਆਤਮਾ ਲੈ ਕੇ ਆਵੇਗਾ, ਇਲੂਮੀਨੇਸ਼ਨ ਲੈ ਕੇ ਆਵੇਗਾ, ਉਹ ਪਰਮੇਸ਼ਰ ਦੇ ਵਚਨ 'ਚੋਂ ਹੀ ਲੈ ਕੇ ਆਵੇਗਾ। ਲੇਕਿਨ ਪਰਮੇਸ਼ਰ ਦੇ ਵਚਨ 'ਚ ਐਸੀਆਂ ਗੱਲਾਂ ਗਹਿਰੀਆਂ ਡੂੰਘੀਆਂ ਤੁਹਾਨੂੰ ਦਿਖਾਵੇਗਾ। ਲੇਕਿਨ ਇਹ ਉਹਨਾਂ ਨੂੰ ਦਿਖਾਵੇਗਾ ਜਿਹੜੇ ਪਵਿੱਤਰ ਆਤਮਾ ਦੇ ਬੈਪਟਿਜ਼ਮ ਨੂੰ ਪ੍ਰਾਪਤ ਕਰ ਚੁੱਕੇ ਹੈਗੇ ਨੇ। ਸੋ ਇਹ ਪਵਿੱਤਰ ਆਤਮਾ ਦਾ ਬੈਪਟਿਜ਼ਮ ਆ ਜਿਹੜਾ ਤੁਹਾਨੂੰ
ਰਾਹ ਦਿੰਦਾ ਆ, ਇੰਟਰਸਟ ਦਿੰਦਾ ਆ ਇੱਕ ਐਸੀ ਸੁਪਰਨੈਚੁਰਲ ਰੈਵਲੇਸ਼ਨ ਦੇ ਵਿੱਚ ਜਾਣ ਦੇ ਵਾਸਤੇ। ਪੜਾਂਗੇ ਪਰਮੇਸ਼ਰ ਵਚਨ ਕੀ ਕਹਿੰਦਾ, ਪਹਿਲਾ ਕੋਰਿੰਥੀਅਨ ਚੈਪਟਰ 2 ਵਰਸ 9 ਤੇ 10। ਹਾਂਜੀ। ਪਰ ਜਿਸ ਤਰ੍ਹਾਂ ਧਰਮ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ, ਜਿਸ ਨੂੰ ਕਦੀ ਕਿਸੇ ਮਨੁੱਖ ਨੇ ਨਹੀਂ ਦੇਖਿਆ, ਜਿਸ ਨੂੰ ਕਦੀ ਕਿਸੇ ਮਨੁੱਖ ਨੇ ਨਹੀਂ ਸੁਣਿਆ, ਉਹੀ ਪਰਮੇਸ਼ਰ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਲਈ ਤਿਆਰ ਕੀਤਾ ਹੈ। ਪਰ ਪਰਮੇਸ਼ਰ ਨੇ ਉਹ ਸਭ ਸਾਡੇ ਉੱਤੇ ਆਪਣੇ ਆਤਮਾ ਦੇ ਦੁਆਰਾ ਪ੍ਰਗਟ ਕੀਤਾ ਹੈ। ਆਤਮਾ ਸਭ ਚੀਜ਼ਾਂ ਦੀ ਜਾਂਚ ਕਰਦਾ ਹੈ, ਇੱਥੋਂ ਤੱਕ ਕਿ ਪਰਮੇਸ਼ਰ ਦੇ ਗੁਪਤ ਭੇਦਾਂ ਦੀ ਗਹਿਰਾਈ ਦੀ ਵੀ। ਪਹਿਲਾ ਵਚਨ ਕਹਿੰਦਾ ਆ ਕਿ ਪਰਮੇਸ਼ਰ ਨੇ ਉਹ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਨੇ, ਐਸੀਆਂ ਗਹਿਰੀਆਂ ਗੱਲਾਂ ਜਿਹੜੀਆਂ ਅੱਖ ਨੇ ਵੀ ਨਹੀਂ ਦੇਖੀਆਂ, ਜਿਹੜੀਆਂ ਕੰਨਾਂ ਨੇ ਵੀ ਨਹੀਂ ਸੁਣੀਆਂ, ਜਿਹੜੀਆਂ ਬੰਦੇ ਦੀਆਂ ਸੋਚਾਂ 'ਚ ਵੀ ਨਹੀਂ ਉਤਰੀਆਂ, ਬੰਦੇ ਦੇ ਦਿਲ ਵਿੱਚ ਨਹੀਂ ਉਤਰੀਆਂ, ਪਰਮੇਸ਼ਰ ਨੇ ਤਿਆਰ ਕੀਤੀਆਂ ਹੋਈਆਂ। ਲੇਕਿਨ ਬਾਅਦ ਵਿੱਚ ਕਹਿੰਦਾ ਲੇਕਿਨ ਇਹ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਇਹ ਸਿਰਫ ਪਵਿੱਤਰ ਆਤਮਾ ਹੀ ਦਿੰਦਾ ਆ, ਸਿਰਫ ਪਵਿੱਤਰ ਆਤਮਾ ਦੀ ਦੇਣ ਹੀ ਆ। ਯਾਨੀ ਕਿ ਪ੍ਰਭੂ ਦੇ ਭੈਣੋ, ਜਦੋਂ ਆਪਾਂ ਪਵਿੱਤਰ ਆਤਮਾ ਦੇ ਨਾਲ ਭਰਦੇ ਹਾਂ ਆਪਣੇ ਆਪ ਨੂੰ, ਜਦੋਂ ਆਪਾਂ ਬੈਪਟਿਜ਼ਮਾ ਰੂਹ ਦਾ ਪ੍ਰਾਪਤ ਕਰਦੇ ਹਾਂ, ਪ੍ਰਭੂ ਦੇ ਭੈਣੋ ਜਿਨ੍ਹਾਂ ਭੈਣ ਭਰਾਵਾਂ ਨੇ ਰੂਹ ਦਾ ਬੈਪਟਿਜ਼ਮਾ ਪ੍ਰਾਪਤ ਕੀਤਾ ਹੋਇਆ ਲੇਕਿਨ ਉਹ ਪ੍ਰੇਅਰ ਨਹੀਂ ਕਰਦੇ, ਪ੍ਰਭੂ ਦੇ ਭੈਣੋ ਉਹਨਾਂ ਨੂੰ ਕਦਰ ਨਹੀਂ ਗੀ, ਇਸ ਗੁਣ ਦੀ ਕਦਰ ਨਹੀਂ ਗੀ, ਇਸ ਬਰਕਤ ਦੀ ਕਦਰ ਨਹੀਂ ਗੀ, ਇਹਨਾਂ ਚੀਜ਼ਾਂ ਦੀ ਜਿਹੜੀਆਂ ਚੀਜ਼ਾਂ ਪਰਮੇਸ਼ਰ ਤੁਹਾਡੇ ਵਾਸਤੇ ਤਿਆਰ ਕਰਕੇ ਰੱਖਦਾ ਆ। ਐਸੀਆਂ ਗਹਿਰੀਆਂ ਚੀਜ਼ਾਂ, ਐਸੀਆਂ ਬਰਕਤ ਵਾਲੀਆਂ ਚੀਜ਼ਾਂ, ਐਸੀਆਂ ਰੂਹਾਨੀ ਮਿਸਟਰੀਜ਼ ਜਿਹੜੀਆਂ ਉਹਨੇ ਤਿਆਰ ਕਰਕੇ ਰੱਖੀਆਂ ਹੋਈਆਂ ਨੇ, ਤੇ ਹੁਣ ਉਹ ਪਵਿੱਤਰ ਆਤਮਾ ਦੇਣਾ ਚਾਹੁੰਦਾ ਆ। ਕਿਹਨਾਂ ਨੂੰ ਦਿੰਦਾ ਆ? ਉਹਨਾਂ ਨੂੰ ਦਿੰਦਾ ਆ ਜਿਹੜੇ ਪਵਿੱਤਰ ਆਤਮਾ ਦੇ ਵਿੱਚ ਬਣੇ ਰਹਿੰਦੇ ਨੇ। ਆਮੇਨ। ਸੋ ਪ੍ਰਭੂ ਦੇ ਭੈਣੋ, ਕਿੰਨੀ ਵੱਡੀ ਬਰਕਤ ਆ ਬੈਪਟਿਜ਼ਮਾ ਪਵਿੱਤਰ ਆਤਮਾ ਦਾ ਪ੍ਰਾਪਤ ਕਰਨਾ ਤੇ ਇਹਦੇ ਵਿੱਚ ਬਣੇ ਰਹਿਣਾ, ਕਿੰਨੀ ਵੱਡੀ ਬਰਕਤ ਆ। ਆਪਾਂ ਦੇਖਾਂਗੇ ਕਿ 5ਵੇਂ ਨੰਬਰ ਤੇ ਆਪਾਂ ਦੇਖਾਂਗੇ ਕਿ ਜਿਸ ਤਰ੍ਹਾਂ ਆਪਾਂ ਲੂਕ ਚੈਪਟਰ 4 ਵਰਸ 1 ਦੇ ਵਿੱਚ ਦੇਖਿਆ ਸੀ ਕਿ ਪ੍ਰਭੂ ਯਿਸੂ ਮਸੀਹ ਨੂੰ ਕਿਸ ਤਰ੍ਹਾਂ ਪਵਿੱਤਰ ਆਤਮਾ ਲੀਡ ਕਰਨ ਲੱਗਿਆ, ਤੇ ਹੁਣ ਆਪਾਂ ਰੋਮਨਸ ਚੈਪਟਰ 8 ਵਰਸ 14 ਚ ਵੀ ਦੇਖਾਂਗੇ। ਕਿਉਂਕਿ ਪ੍ਰਭੂ ਬਣੋ, ਜਿਹੜੀ ਸਭ ਤੋਂ ਪਹਿਲੀ ਚੀਜ਼ ਵਿਸ਼ਵਾਸੀ ਦੇ ਜ਼ਿੰਦਗੀ 'ਚ ਆਉਂਦੀ ਆ ਉਦੋਂ ਜਦੋਂ ਤੁਸੀਂ ਰੂਹ ਦਾ ਬੈਪਟਿਜ਼ਮਾ ਪ੍ਰਾਪਤ ਕਰ ਲੈਂਦੇ ਹੋ ਕਿ ਹੁਣ ਰੂਹ ਤੁਹਾਨੂੰ ਲੀਡ ਕਰਨਾ ਸ਼ੁਰੂ ਕਰ ਦਿੰਦਾ ਹੈ, ਪਵਿੱਤਰ ਆਤਮਾ ਤੁਹਾਨੂੰ ਗਾਈਡ ਕਰਨਾ ਸ਼ੁਰੂ ਕਰ ਦਿੰਦਾ ਆ। ਪਹਿਲਾਂ ਤੁਹਾਡੀਆਂ ਸੋਚਾਂ ਤੁਹਾਨੂੰ ਗਾਈਡ ਕਰਦੀਆਂ ਸੀਗੀਆਂ, ਤੁਹਾਡੇ ਕੰਮ ਤੁਹਾਨੂੰ ਗਾਈਡ ਕਰਦੇ ਸੀਗੇ, ਲੇਕਿਨ ਹੁਣ ਪਵਿੱਤਰ ਆਤਮਾ ਤੁਹਾਨੂੰ ਗਾਈਡ ਕਰਦਾ ਆ। ਹੁਣ ਤੁਸੀਂ ਆ ਦੁਆ ਕਰਦੇ ਹੋ, ਪ੍ਰਭੂ ਜੀ ਮੇਰੀ ਮਰਜ਼ੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋ ਜਾਵੇ। ਆਮੇਨ। ਹੁਣ ਉਹਦੀ ਮਰਜ਼ੀ ਪੂਰੀ ਹੋਏਗੀ, ਕਿਉਂ? ਕਿਉਂਕਿ ਪਵਿੱਤਰ ਆਤਮਾ ਹੁਣ ਉਹਦੀ ਮਰਜ਼ੀ ਪੂਰੀ ਕਰਾਵੇਗਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ। ਦੇਖੋ ਧਿਆਨ ਦੇਣਾ, ਰੋਮਨ ਚੈਪਟਰ 8 ਵਰਸ 14। ਹਾਂਜੀ। ਕਿਉਂਕਿ ਜਿਹੜੇ ਪਰਮੇਸ਼ਰ ਦੀ ਆਤਮਾ ਦੀ ਅਗਵਾਈ ਵਿੱਚ ਚੱਲਦੇ ਹਨ ਉਹ ਪਰਮੇਸ਼ਰ ਦੇ ਪੁੱਤਰ ਹਨ। ਹਾਲੇਲੂਇਆ। ਆਮੇਨ। ਤੁਹਾਨੂੰ ਯਾਦ ਹੋਏਗਾ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਪਾਣੀ ਦੇ ਬੈਪਟਿਜ਼ਮ ਮਿਲਿਆ ਸੀ ਤੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਨੇ ਆਵਾਜ਼ ਦਿੱਤੀ ਸੀ ਤੇ ਮੇਰਾ ਪਿਆਰਾ ਪੁੱਤਰ ਹੈ। ਬਿਲਕੁਲ ਉਸੇ ਤਰ੍ਹਾਂ ਜਦੋਂ ਤੁਸੀਂ ਪਵਿੱਤਰ ਆਤਮਾ ਦਾ ਬੈਪਟਿਜ਼ਮ ਪ੍ਰਾਪਤ ਕਰ ਲੈਂਦੇ ਹੋ, ਤੁਸੀਂ ਵੀ ਉਸ ਪਰਮੇਸ਼ਰ ਦੇ ਪੁੱਤਰ ਕਹਿਲਾਏ ਜਾਂਦੇ ਹੋ। ਲੇਕਿਨ ਉਹ ਤੋਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਗਾਈਡ ਕਰਦਾ ਆ, ਤੁਹਾਨੂੰ ਲੀਡ ਕਰਦਾ ਹੈ, ਤੁਹਾਡੀ ਜ਼ਿੰਦਗੀ ਨੂੰ ਡਾਇਰੈਕਟ ਕਰਦਾ ਆ। ਹੁਣ ਤੁਸੀਂ ਜਾਂ ਤੁਹਾਡਾ ਪਰਿਵਾਰ ਜਾਂ ਤੁਹਾਡੇ ਕੰਮ ਤੁਹਾਡੀ ਜ਼ਿੰਦਗੀ ਨੂੰ ਡਾਇਰੈਕਟ ਨਹੀਂ ਕਰਦੇ, ਬਲਕਿ ਹੁਣ ਰੱਬ ਹੀ ਤੁਹਾਨੂੰ ਗਾਈਡ ਕਰ ਰਿਹਾ ਹੁੰਦਾ ਆ, ਰੱਬ ਹੀ ਤੁਹਾਨੂੰ ਡਾਇਰੈਕਟ ਕਰ ਰਿਹਾ ਹੁੰਦਾ ਆ ਉਸ ਮਕਸਦ ਦੇ ਵਾਸਤੇ, ਉਸ ਪਲਾਨ ਦੇ ਵਾਸਤੇ ਜਿਹੜੀ ਪਲਾਨ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਤੁਹਾਡੇ ਵਾਸਤੇ ਤਿਆਰ ਕੀਤੀ ਹੁੰਦੀ ਆ। ਆਮੇਨ। ਸੋ 6ਵੇਂ ਨੰਬਰ ਤੇ ਆਪਾਂ ਦੇਖਾਂਗੇ ਪ੍ਰਾਪਤ ਦੇ ਭੈਣੋ, ਲੂਕ ਚੈਪਟਰ 4 ਵਰਸ 1 ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਜੀ ਨੂੰ ਲੈ ਕੇ ਜਾਂਦਾ ਆ ਉਜਾੜ ਦੇ ਵਿੱਚ। ਲੇਕਿਨ ਉਜਾੜ ਦੇ ਵਿੱਚ ਜਾ ਕੇ ਪ੍ਰਭੂ ਯਿਸੂ ਮਸੀਹ ਜੀ ਦਿਨ ਰਾਤ ਦੁਆ ਕਰਦੇ ਨੇ। ਹੁਣ ਉਜਾੜ ਦੇ ਵਿੱਚੋਂ ਵਾਪਸ ਆਉਂਦੇ ਨੇ, ਵਰਸ 14 ਦੇਖਾਂਗੇ ਆਪਾਂ ਕਿ ਜਦੋਂ ਵਾਪਸ ਆਉਂਦੇ ਨੇ ਤੇ ਕਿਸ ਤਰ੍ਹਾਂ ਵਾਪਸ ਆਉਂਦੇ ਨੇ। ਵਚਨ ਆਖਦਾ ਹੈ ਕਿ ਜਦੋਂ ਵਾਪਸ ਆਉਂਦੇ ਨੇ ਉਹ ਸ਼ਕਤੀ 'ਚ ਵਾਪਸ ਆਉਂਦੇ ਨੇ। ਰੂਹ ਨਾਲ ਭਰ ਕੇ ਜਾਂਦੇ ਨੇ, ਸ਼ਕਤੀ ਨਾਲ ਭਰ ਕੇ ਵਾਪਸ ਆਉਂਦੇ ਨੇ। ਜਾਨੀ ਕਿ ਇਹ ਪਵਿੱਤਰ ਆਤਮਾ ਦਾ ਬੈਪਟਿਜ਼ਮ ਹੀ ਆ ਜਿਹੜਾ ਤੁਹਾਨੂੰ ਸ਼ਕਤੀ ਦੇ ਬੈਪਟਿਜ਼ਮ ਦੇ ਵਾਸਤੇ, ਜਾਨੀ ਕਿ ਅੱਗ ਦੇ ਬੈਪਟਿਜ਼ਮ ਦੇ ਵਾਸਤੇ ਲੈ ਕੇ ਜਾਂਦਾ ਹੈ। ਰੂਹ ਦਾ ਬੈਪਟਿਜ਼ਮ ਤੁਹਾਨੂੰ ਅੱਗ ਦੇ ਬੈਪਟਿਜ਼ਮ ਦੇ ਵਾਸਤੇ ਲੈ ਕੇ ਜਾਵੇਗਾ। ਜਿੰਨਾ ਜ਼ਿਆਦਾ ਆਪਾਂ ਰੂਹ ਦੇ ਬੈਪਟਿਜ਼ਮ ਵਿੱਚ ਵਧਾਂਗੇ, ਉਨਾ ਜ਼ਿਆਦਾ ਪਵਿੱਤਰ ਆਤਮਾ ਆਪਾਂ ਨੂੰ ਅੱਗ ਦੇ ਬੈਪਟਿਜ਼ਮ ਦੇ ਵੱਲੋਂ ਲੈ ਕੇ ਜਾਵੇਗਾ। ਪੜਾਂਗੇ ਆਪਾਂ ਵਰਸ 14, ਲੂਕ ਚੈਪਟਰ 4 ਵਰਸ 14। ਹਾਂਜੀ। ਫਿਰ ਯਿਸੂ ਗਲੀਲ ਵਿੱਚ ਮੁੜ ਆਏ, ਉਹ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰਪੂਰ ਸਨ। ਉਹਨਾਂ ਦੀ ਚਰਚਾ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਹੋਣ ਲੱਗੀ। ਹਾਲੇਲੂਇਆ। ਆਮੇਨ।
ਵਾਪਸ ਆਉਂਦੇ ਨੇ ਪ੍ਰਭੂ ਯਿਸੂ ਸ਼ਕਤੀ ਨਾਲ ਭਰਪੂਰ ਹੋ ਕੇ। ਪ੍ਰਭੂ ਸੋ ਇਹ ਤਾਂ ਆਪਾਂ ਪਵਿੱਤਰ ਆਤਮਾ ਦੇ ਭਰੇ ਹੋਣ ਦੀਆਂ 6-7 ਬਰਕਤਾਂ ਦੇਖੀਆਂ, ਪੈਂਟੇਕੋਸਟ ਦੀਆਂ ਇਹ ਬਰਕਤਾਂ ਦੇਖੀਆਂ। ਆਮੀਨ। ਯਾਦ ਰੱਖੋ ਇਹ ਪਵਿੱਤਰ ਆਤਮਾ ਦਾ ਬੈਪਟਿਜ਼ਮ ਆ ਜਿਹੜਾ ਸਾਡੀ ਸੋਲ ਨੂੰ, ਜਿਹੜਾ ਸਾਡੀ ਜਵਾਨ ਨੂੰ ਸਬਮਿਟ ਕਰ ਦਿੰਦਾ ਆ, ਰੱਬ ਦੇ ਅਧੀਨ ਕਰ ਦਿੰਦਾ ਆ। ਜਦੋਂ ਤੁਹਾਡੀ ਜਾਨ, ਜਦੋਂ ਤੁਹਾਡੀ ਜ਼ੁਬਾਨ, ਦੇਖੋ ਜਾਨ ਤੇ ਜ਼ੁਬਾਨ, ਜਦੋਂ ਤੁਹਾਡੀ ਜਾਨ ਤੇ ਜਦੋਂ ਤੁਹਾਡੀ ਜ਼ੁਬਾਨ ਦੋਨੋਂ ਅਧੀਨ ਹੋ ਗਈਆਂ ਪਰਮੇਸ਼ਵਰ ਦੇ, ਉਦੋਂ ਤੁਹਾਡੇ ਦਿਲ ਦੇ ਵਿੱਚੋਂ ਪਵਿੱਤਰ ਆਤਮਾ ਦੇ ਜੀਵਨ ਦੇ ਜਲ ਦੇ ਝਰਨੇ ਫੁੱਟ ਉੱਠਣਗੇ। ਆਮੀਨ। ਪ੍ਰਭੂ ਦੇ ਭੈਣੋ ਸ਼ਕਤੀ ਐਸੀ ਨਿਕਲੇਗੀ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਛੂ ਸਕਦੇ ਹੋ, ਪਰਿਵਾਰਾਂ ਨੂੰ ਛੂ ਸਕਦੇ ਹੋ, ਦੇਸ਼ਾਂ ਨੂੰ ਛੂ ਸਕਦੇ ਹੋ। ਆਮੀਨ। ਪਰਮੇਸ਼ਰ ਇੰਤਜ਼ਾਰ ਕਰ ਰਿਹਾ ਇੱਕ ਐਸੇ ਇਨਸਾਨ ਦੇ ਜਿਸ ਦਾ ਦਿਲ ਪਰਮੇਸ਼ਰ ਨੂੰ ਪਾਵੇ। ਆਮੀਨ। ਦੇਖਾਂਗੇ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ ਆਪਾਂ ਇੱਕ ਵਾਰ ਫਿਰ ਚੜ੍ਹਦੇ ਨੇ। ਪਹਿਲਾ ਕੋਰਿੰਥੀਅਨ ਚੈਪਟਰ 14 ਵਰਸ 14। ਹੁਣ ਦੇਖੋ ਜਦੋਂ ਤੁਸੀਂ ਰੂਹ ਦਾ ਬਪਤਿਸਮਾ ਪ੍ਰਾਪਤ ਕਰਦੇ ਹੋ ਹੁੰਦਾ ਕੀ ਹੈ। ਪਹਿਲੇ ਨੰਬਰ ਤੇ ਪਹਿਲਾ ਕੋਰਿੰਥੀਅਨ 14:14 'ਚ ਮੈਂ ਤੁਹਾਨੂੰ ਦਿਖਾਵਾਂਗਾ ਕਿ ਕੀ ਲਿਖਿਆ ਹੈ। ਹਾਂਜੀ। ਕਿਉਂਕਿ ਜੇਕਰ ਮੈਂ ਪਰਾਈ ਬੋਲੀ ਵਿੱਚ ਪ੍ਰਾਰਥਨਾ ਕਰਦਾ ਹਾਂ ਤਾਂ ਮੇਰੀ ਆਤਮਾ ਪ੍ਰਾਰਥਨਾ ਕਰਦੀ ਹੈ, ਪਰ ਮੇਰੀ ਬੁੱਧੀ ਨੂੰ ਇਸ ਤੋਂ ਕੋਈ ਲਾਭ ਨਹੀਂ। ਜਦੋਂ ਤੁਸੀਂ ਰੂਹ 'ਚ ਦੁਆ ਕਰਦੇ ਹੋ ਉਦੋਂ ਤੁਹਾਡੀ ਰੂਹ ਪ੍ਰਾਰਥਨਾ ਕਰਦੀ ਹੈ। ਪ੍ਰਭੂ ਦੇ ਭੈਣੋ ਪਹਿਲਾਂ ਰੂਹ ਨੇ ਲੱਗੀ, ਪਹਿਲਾਂ ਤਾਂ ਜਾਨ ਨੇ ਵੀ ਪ੍ਰਾਰਥਨਾ ਨਹੀਂ ਕੀਤੀ ਸੀ ਕਦੇ। ਹੁਣ ਦੇਖੋ ਇਨਸਾਨ ਦੇ ਵਿੱਚ ਇੱਕ ਰੂਹ ਵੀ ਹੈ ਜਿਹੜੀ ਮੁਰਦਾ ਸੀ, ਮਰੀ ਹੋਈ ਸੀ, ਉਹਦਾ ਕੋਈ ਕੰਮ ਲੈਣਾ ਦੇਣਾ ਨਹੀਂ ਸੀ, ਕੋਈ ਕੰਮ ਕਾਜ ਨਹੀਂ ਸੀ। ਲੇਕਿਨ ਹੁਣ ਯਿਸੂ ਮਸੀਹ ਜੀ ਦੇ ਵਿੱਚ ਆ ਕੇ ਹੁਣ ਆਪਾਂ ਪ੍ਰਭੂ ਦਾ ਰੂਹ ਦਾ ਬਪਤਿਸਮਾ ਪ੍ਰਾਪਤ ਕਰਕੇ ਹੁਣ ਜਿਹੜਾ ਰੂਹ ਦਾ ਕੰਮ ਆ ਉਹ ਐਕਟਿਵ ਹੋ ਜਾਂਦਾ ਆ। ਹੁਣ ਜੋ ਰੂਹ ਦੇ ਕੰਮ ਨੇ ਉਹ ਐਕਟਿਵ ਹੋ ਜਾਂਦੇ ਨੇ, ਬਰਕਤ ਮਿਲ ਜਾਂਦੀ ਆ। ਆਮੀਨ। ਹੁਣ ਰੂਹ ਦੁਆ ਕਰਨ ਲੱਗਦੀ ਆ ਪਰਮੇਸ਼ਰ ਪਿਤਾ ਦੇ ਅੱਗੇ। ਰੱਬ ਕੀ ਆ? ਰੱਬ ਖੁਦ ਰੂਹ ਆ। ਹੁਣ ਤੁਸੀਂ ਸੁਣੋ, ਰੂਹ ਹੀ ਰੂਹ ਦੇ ਨਾਲ ਗੱਲ ਕਰ ਰਹੀ ਆ। ਵਾਹ ਕਿੰਨੀ ਵੱਡੀ ਬਰਕਤ ਆ। ਆਮੀਨ। ਇਨਸਾਨੀਅਤ ਰੱਬ ਨਾਲ ਗੱਲ ਕਰੇ, ਪਤਾ ਨਹੀਂ ਕਿਹੜੀ ਬਰਕਤ ਮਿਲਣੀ ਹੈ ਨਹੀਂ ਮਿਲਣੀ, ਲੇਕਿਨ ਜੇ ਰੂਹ ਹੀ ਰੂਹ ਨਾਲ ਗੱਲ ਕਰੇ ਪ੍ਰਭੂ ਤੇ ਬਹੁਤ ਵੱਡੀ ਬਰਕਤ ਉਤਰ ਸਕਦੀ ਹੈ ਆਪਣੇ ਉੱਤੇ। ਆਮੀਨ। ਇਹ ਜਾਨਵਰਾਂ ਪੰਛੀਆਂ ਦੇ ਵਿੱਚ ਰੂਹ ਨਹੀਂ ਦਿੱਤੀ ਗਈ, ਲੇਕਿਨ ਇਨਸਾਨ ਦੇ ਵਿੱਚ ਰੱਬ ਨੇ ਇਹ ਰੂਹ ਪਾਈ ਸੀ ਸ਼ੁਰੂ ਤੋਂ ਲੈ ਕੇ ਆਦਮ ਤੇ ਹਵਾ ਤੋਂ। ਲੇਕਿਨ ਜਦੋਂ ਆਦਮ ਤੇ ਹਵਾ ਨੇ ਪਾਪ ਕੀਤਾ ਸੀ ਇਹ ਰੂਹ ਉਹਨਾਂ ਵਿੱਚ ਮਰ ਗਈ ਸੀ ਤੇ ਪਰਮੇਸ਼ਰ ਦਾ ਪਵਿੱਤਰ ਆਤਮਾ ਉਹਨਾਂ ਨੂੰ ਛੱਡ ਕੇ ਚਲਿਆ ਗਿਆ ਸੀ। ਲੇਕਿਨ ਹੁਣ ਦੁਬਾਰਾ ਜਦੋਂ ਪਵਿੱਤਰ ਆਤਮਾ ਵਾਪਸ ਆ ਜਾਂਦਾ ਹੈ ਕਿਉਂਕਿ ਤੁਸੀਂ ਆਪਣਾ ਦਿਲ ਖੋਲ੍ਹ ਕੇ ਯਿਸੂ ਮਸੀਹ ਨੂੰ ਸਵੀਕਾਰ ਕਰ ਲੈਂਦੇ ਹੋ, ਹੁਣ ਤੁਸੀਂ ਰੂਹ 'ਚ ਵੱਧਦੇ ਹੋ, ਹੁਣ ਤੁਸੀਂ ਰੂਹ ਦਾ ਬਪਤਿਸਮਾ ਪ੍ਰਾਪਤ ਕਰਦੇ ਹੋ, ਤੁਸੀਂ ਬੋਲੀਆਂ 'ਚ ਦੁਆ ਕਰਨੀ ਸ਼ੁਰੂ ਕਰ ਦਿੰਦੇ ਹੋ। ਪ੍ਰਭੂ ਦੇ ਭੈਣੋ ਹੁਣ ਤੁਹਾਡੇ ਰੂਹ ਦੇ ਵਿੱਚੋਂ ਇੱਕ ਦੁਆ ਨਿਕਲਦੀ ਹੈ ਪਰਮੇਸ਼ਰ ਦੇ ਅੱਗੇ। ਆਮੀਨ। ਸੋ ਰੂਹ ਦਾ ਬਪਤਿਸਮਾ ਜਦੋਂ ਆਉਂਦਾ ਆ ਉਦੋਂ ਤੁਹਾਡੀ ਰੂਹ ਦੁਆ ਕਰਨ ਲੱਗ ਜਾਂਦੀ ਹੈ ਪਰਮੇਸ਼ਰ ਦੇ ਅੱਗੇ। ਕਿੰਨੀ ਬੜੀ ਬਰਕਤ ਹੈ। ਦੂਸਰੇ ਨੰਬਰ ਤੇ ਆਪਾਂ ਦੇਖਾਂਗੇ ਚਲਨ ਕਰਤੱਵਯ ਚੈਪਟਰ 2 ਵਰਸ 4, यानी कि एक्ट्स चैप्टर 2 वर्स 4 चलन करते हुए दूसरा चैप्टर ਉਹਦੇ ਚੌਥੇ ਵਰਸ ਦੇ ਵਿੱਚ ਦੇਖਾਂਗੇ ਕਿ ਮੈਂ ਇੱਕ ਸਵਾਲ ਕੀਤਾ ਸੀਗਾ ਕੁਝ ਚਿਰ ਪਹਿਲਾਂ ਕਿ ਜਦੋਂ ਇਨਸਾਨ ਰੂਹ ਦਾ ਬਪਤਿਸਮਾ ਪ੍ਰਾਪਤ ਕਰਦਾ ਆ ਤੇ ਦੂਜੀਆਂ ਬੋਲੀਆਂ ਬੋਲਦਾ ਆ, ਮੈਂ ਪੁੱਛਿਆ ਸੀ ਵੀ ਕੌਣ ਬੋਲ ਰਿਹਾ ਹੁੰਦਾ, ਇਨਸਾਨ ਬੋਲ ਰਿਹਾ ਹੁੰਦਾ ਜਾਂ ਰੱਬ ਬੋਲ ਰਿਹਾ ਹੁੰਦਾ। ਕਿੰਨੇ ਜਾਣੇ ਸੋਚਦੇ ਨੇ ਵੀ ਇਨਸਾਨ ਬੋਲ ਰਿਹਾ ਹੁੰਦਾ। ਜਿਹੜੇ ਸੋਚਦੇ ਨੇ ਵੀ ਇਨਸਾਨ ਬੋਲ ਰਿਹਾ ਹੁੰਦਾ ਆਪਣਾ ਸੱਜਾ ਹੱਥ ਉਠਾਓ। ਹੁਣ ਜਿਹੜੇ ਸੋਚਦੇ ਨੇ ਵੀ ਰੱਬ ਬੋਲ ਰਿਹਾ ਹੁੰਦਾ ਆਪਣਾ ਖੱਬਾ ਹੱਥ ਉਠਾਓ। ਵੈਲ ਆਨਸਰ ਮੈਂ ਤੁਹਾਨੂੰ ਝੜ ਦੇ ਦੇਣਾ, ਦੋਨੋਂ ਹੀ ਹੱਥ ਉਠਾਉਣ ਦੀ ਲੋੜ ਹੈ। ਮਤਲਬ ਜਦੋਂ ਤੁਸੀਂ ਦੂਜੀਆਂ ਬੋਲੀਆਂ ਬੋਲਦੇ ਹੋ ਨਾਲੇ ਤਾਂ ਇਨਸਾਨ ਬੋਲ ਰਿਹਾ ਹੁੰਦਾ ਨਾਲੇ ਰੱਬ ਬੋਲ ਰਿਹਾ ਹੁੰਦਾ। ਤੁਸੀਂ ਕਹੋ ਬਸ ਜੀ ਇਹ ਕਿੱਦਾਂ? ਹੁਣੇ ਆਪਾਂ ਪੜ੍ਹ ਕੇ ਗਏ ਹਾਂ ਕਿ ਜਦੋਂ ਤੁਸੀਂ ਦੂਜੀਆਂ ਬੋਲੀਆਂ ਦੁਆ ਕਰਦੇ ਹੋ ਤੁਹਾਡੀ ਰੂਹ ਦੁਆ ਕਰ ਰਹੀ ਹੁੰਦੀ ਹੈ, ਰਾਈਟ। ਲੇਕਿਨ ਹੁਣ ਤੁਸੀਂ ਦੇਖੋ ਚਲਨ ਕਰਤੱਵਯ ਚੈਪਟਰ 2 ਵਰਸ 4 ਪੜਾਂਗੇ ਧਿਆਨ ਨਾਲ। ਹਾਂਜੀ। ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਾਈਆਂ ਬੋਲੀਆਂ ਬੋਲਣ ਲੱਗ ਪਏ ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਲਈ ਉਭਾਰਿਆ। ਹੁਣ ਪਵਿੱਤਰ ਆਤਮਾ ਉਹਨਾਂ ਨੂੰ ਬੋਲਣ ਲਈ ਉਭਾਰਦਾ ਆ, ਪਵਿੱਤਰ ਆਤਮਾ ਉਹਨਾਂ ਨੂੰ ਦਿੰਦਾ ਆ। ਆਮੀਨ। ਸੋ ਜਾਨੀ ਕਿ ਰੂਹ ਦੁਆ ਕਰ ਰਹੀ ਹੈ, ਦੇ ਕੌਣ ਰਿਹਾ? ਰੱਬ ਦੇ ਰਿਹਾ। ਦੁਆ ਰੂਹ ਕਰ ਰਹੀ ਹੈ, ਦੁਆ ਇਨਸਾਨ ਕਰ ਰਿਹਾ, ਦੇ ਰੱਬ ਰਿਹਾ ਆ। ਜਾਨੀ ਕਿ ਇਨਸਾਨ ਵੀ ਦੁਆ ਕਰ ਰਿਹਾ, ਰੱਬ ਵੀ ਦੁਆ ਕਰ ਰਿਹਾ। ਰੱਬ ਦੁਆ ਨਹੀਂ ਕਰ ਰਿਹਾ, ਰੱਬ ਵੀ ਪਿੱਛੋਂ ਨਹੀਂ ਬੋਲ ਰਿਹਾ। ਆਮੀਨ। ਜਾਨੀ ਕਿ ਇੱਕ ਐਸੀ ਲੈਂਗੁਏਜ ਆ ਜਿਹੜੀ ਟੂ ਵੇ ਲੈਂਗੁਏਜ ਆ। ਜਿੱਦਾਂ ਹੁਣ ਆਪਣੀ ਪੰਜਾਬੀ ਬੋਲੀ ਆ, ਮੈਂ ਬੋਲ ਰਿਹਾ ਤੁਸੀਂ ਸਮਝ ਰਹੇ ਹੋ, ਲੇਕਿਨ ਤੁਸੀਂ ਜੋ ਸੋਚ ਰਹੇ ਹੋ ਮੈਂ ਨਹੀਂ ਸਮਝ ਰਿਹਾ, ਰਾਈਟ, ਕਿਉਂਕਿ ਮੈਂ ਬੋਲ ਰਿਹਾ ਤੁਸੀਂ ਤਾਂ ਬੋਲ ਹੀ ਨਹੀਂ ਰਹੇ। ਲੇਕਿਨ ਜਦੋਂ ਦੂਜੀਆਂ ਬੋਲੀਆਂ ਤੁਸੀਂ ਬੋਲਦੇ ਹੋ ਨਾਲੇ ਤਾਂ ਤੁਸੀਂ ਬੋਲ ਰਹੇ ਹੁੰਦੇ ਹੋ ਨਾਲੇ ਰੱਬ ਬੋਲ ਰਿਹਾ ਹੁੰਦਾ ਆ।
ਨਾਲੇ ਤੁਸੀਂ ਬੋਲ ਰਹੇ ਹੁੰਦੇ ਹੋ, ਤੁਹਾਡੀ ਆਵਾਜ਼ ਰੱਬ ਨੂੰ ਸੁਣਾਈ ਦੇ ਰਹੀ ਹੁੰਦੀ ਆ, ਤੁਹਾਡੀ ਆਵਾਜ਼ ਰੱਬ ਤੱਕ ਪਹੁੰਚ ਰਹੀ ਆ, ਨਾਲੇ ਰੱਬ ਬੋਲ ਰਿਹਾ ਹੁੰਦਾ ਤੇ ਰੱਬ ਦੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ, ਰੱਬ ਦੀ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਹੈ। ਤਾਂ ਹੀ ਚੇਲਿਆਂ ਦੇ ਕਰਤੱਵ ਦੇ ਵਿੱਚ ਜਦੋਂ ਉਹਨਾਂ ਨੂੰ ਦੂਸਰੀਆਂ ਬੋਲੀਆਂ ਮਿਲੀਆਂ ਸੀਗੀਆਂ, ਉਹਨਾਂ ਨੇ ਦੂਸਰੀਆਂ ਬੋਲੀਆਂ ਬੋਲਣੀਆਂ ਸ਼ੁਰੂ ਕੀਤੀਆਂ ਤੇ ਜਦੋਂ ਹੀ ਦੂਜੀਆਂ ਬੋਲੀਆਂ ਬੋਲਦੇ ਸੀ ਨਾਲ ਹੀ ਪ੍ਰੋਫੈਸੀ ਕਰਦੇ ਸੀ। ਪ੍ਰੋਫੈਸੀ ਦਾ ਮਤਲਬ ਕੀ? ਰੱਬ ਦਾ ਸੁਨੇਹਾ, ਰੱਬ ਦਾ ਸੁਨੇਹਾ ਦਿੰਦੇ ਸੀ। ਉਹ ਤਾਂ ਦਿੰਦੇ ਸੀ ਕਿਉਂਕਿ ਉਹਨਾਂ ਨੂੰ ਸੁਣਦਾ ਸੀ ਕੁਛ। ਜਾਣੀ ਕਿ ਜਦੋਂ ਤੁਸੀਂ ਦੂਜੀਆਂ ਬੋਲੀਆਂ ਬੋਲਦੇ ਹੋ ਨਾਲ ਹੀ ਲੋਕ ਪ੍ਰੋਫੈਟਿਕ ਸੁਣ ਸਕਦੇ ਨੇ। ਇਹ ਗਿਫਟ ਆਫ ਜਨਰਸਿਟੀ ਆਫ ਟੰਗਸ ਹੈ ਜਿਹੜਾ ਚਰਚ ਦੇ ਵਿੱਚ ਕਈ ਵਾਰ ਆਪਰੇਟ ਹੁੰਦਾ ਹੈ। ਦੂਜੀਆਂ ਬੋਲੀਆਂ ਬੋਲੋ, ਜਾਣੇ ਕਿ ਪਰਮੇਸ਼ਰ ਦੀ ਪ੍ਰੋਫੈਸੀ ਵੀ ਤੁਹਾਨੂੰ ਇੱਕਦਮ ਆ ਜਾਏਗੀ। ਤੁਸੀਂ ਬੋਲੋਗੇ, ਰੱਬ ਬੋਲੇਗਾ। ਆਮੇਨ। ਜਦੋਂ ਤੁਸੀਂ ਬੋਲ ਰਹੇ ਹੁੰਦੇ ਹੋ, ਤੁਹਾਡੇ ਕੰਨ ਸੁਣ ਰਹੇ ਹੁੰਦੇ ਨੇ। ਬਹੁਤ ਵੱਡੀ ਬਰਕਤ ਆ ਇਹਦੇ ਵਿੱਚ। ਤੁਹਾਡੀ ਆਵਾਜ਼ ਰੱਬ ਤੱਕ ਪਹੁੰਚ ਰਹੀ ਆ, ਰੱਬ ਦੀਆਂ ਬਰਕਤਾਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ। ਯਾਦ ਰੱਖੋ, ਸ਼ੁਰੂ 'ਚ ਜੋ ਕੁਛ ਵੀ ਰੱਬ ਨੇ ਬਣਾਇਆ ਉਹ ਆਪਣੇ ਸ਼ਬਦਾਂ ਨਾਲ ਬਣਾਇਆ। ਰੱਬ ਨੇ ਆਖਿਆ ਚਾਨਣ ਹੋ ਜਾਏ, ਚਾਨਣ ਹੋ ਗਿਆ। ਦੁਨੀਆ ਬਣ ਗਈ, ਜਹਾਨ ਬਣ ਗਿਆ, ਸਵਰਗ ਬਣ ਗਏ। ਰੱਬ ਨੇ ਸਭ ਕੁਛ ਆਪਣੇ ਬੋਲਾਂ ਨਾਲ ਬਣਾਇਆ, ਆਪਣੇ ਸ਼ਬਦਾਂ ਨਾਲ ਬਣਾਇਆ। ਹੁਣ ਸੋਚੋ ਆਪੇ, ਹੁਣ ਰੱਬ ਦੇ ਸ਼ਬਦ ਤੁਹਾਡੇ ਤੱਕ ਪਹੁੰਚ ਰਹੇ ਨੇ। ਤੁਸੀਂ ਸੋਚਦੇ ਹੋ ਕਿ ਸ਼ਬਦ ਖਾਲੀ ਨੇ? ਨੋ, ਇਹਨਾਂ ਸ਼ਬਦਾਂ 'ਚ ਬਹੁਤ ਵੱਡੀ ਬਰਕਤ ਆ। ਇਹਨਾਂ ਸ਼ਬਦਾਂ ਨਾਲ ਸਵਰਗ ਬਣਿਆ, ਜਹਾਨ ਬਣਿਆ, ਆਪਾਂ ਸਾਰੇ ਬਣੇ ਆ। ਜੇ ਤੁਸੀਂ ਇਹ ਸ਼ਬਦ ਬੋਲੋ, ਤੁਹਾਡੇ ਸ਼ਬਦਾਂ 'ਚੋਂ ਇਹ ਜਿਹੜੇ ਸ਼ਬਦ ਨਿਕਲਣ ਤੁਹਾਡੇ ਵਿੱਚੋਂ, ਇਹਦੇ ਵਿੱਚੋਂ ਪ੍ਰਭੂ ਦੇ ਵੱਲੋਂ ਬਹੁਤ ਵੱਡੀ ਬਰਕਤ। ਪਰਮੇਸ਼ਰ ਬਚਨ ਕਹਿੰਦਾ ਆ ਕਿ ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ, ਬਲਕਿ ਪਰਮੇਸ਼ਰ ਦੇ ਮੂੰਹ 'ਚੋਂ ਨਿਕਲੇ ਹਰ ਸ਼ਬਦ ਤੋਂ। ਉਹਨਾਂ ਜਿਹੜੇ ਬੋਲ ਰਹੇ ਆ ਆਪਾਂ, ਇੱਕ ਸਾਡੇ ਮੂੰਹ ਤੋਂ ਨਿਕਲੇ ਨੇ, ਰੱਬ ਦੇ ਮੂੰਹ 'ਚੋਂ ਨਹੀਂ ਨਿਕਲੇ। ਨਹੀਂ, ਇਸ ਰੱਬ ਦੇ ਮੂੰਹ 'ਚੋਂ ਹੀ ਨਿਕਲੇ ਨੇ। ਜਾਣੀ ਕਿ ਤੁਹਾਨੂੰ ਜ਼ਿੰਦਗੀ ਦਿੰਦਾ ਆ ਇਹ ਸ਼ਬਦ ਜਿਹੜਾ ਤੁਹਾਡੇ ਮੂੰਹ 'ਚੋਂ ਵੀ ਨਿਕਲਦਾ ਹੈ। ਹਾਂ, ਪਰਮੇਸ਼ਰ ਦੇ ਵਚਨ ਦੇ ਵਿੱਚ ਬਾਰੇ ਗੱਲਬਾਤ ਹੋਈ ਸੀਗੀ ਇਹ, ਲੇਕਿਨ ਪਰਮੇਸ਼ਰ ਦੇ ਵਚਨ ਜਿਹੜੇ ਨੇ ਉਹ ਡਬਲ ਟ੍ਰਿਪਲ ਪ੍ਰੋਫੈਟਿਕ ਹੋ ਜਾਂਦੇ ਨੇ ਕਈ ਵਾਰ। ਆਮੇਨ। ਜਿਨ੍ਹਾਂ ਦਾ ਮਤਲਬ 2-3 ਵਾਰ ਵੀ ਨਿਕਲ ਸਕਦਾ ਹੈਗਾ ਆਪਾਂ ਨੂੰ ਸਮਝਣ ਦੇ ਵਾਸਤੇ। ਸੋ ਕਿੰਨੀ ਵੱਡੀ ਬਰਕਤ ਪ੍ਰਭੂ ਆਪਾਂ ਨਜ਼ਰ ਆਈ ਇੱਥੇ। ਦੇਖੋ ਧਿਆਨ ਨਾਲ ਪੜਾਂਗੇ ਪ੍ਰਭੂ ਦੇ ਵਚਨ ਦੇ ਵਿੱਚ ਦੁਬਾਰਾ ਫੇਰ ਪਹਿਲਾ ਕੋਰਿੰਥੀਅਨ ਚੈਪਟਰ 14 ਦੇਖਾਂਗੇ ਤੇ ਇਹ ਸਾਰਾ ਚੈਪਟਰ ਆਪਾਂ ਪੜਾਂਗੇ। ਇਹਦੇ ਵਿੱਚ ਕਾਫੀ ਵਰਸਿਸ ਹੈਗੇ ਨੇ ਤੇ ਘਰ ਜਾ ਕੇ ਤੁਸੀਂ ਪੜ੍ਹਨਾ। ਤੁਸੀਂ ਤਾਂ ਘਰੇ ਬੈਠੇ ਹੋ, ਸੋ ਇਹ ਹੋਮਵਰਕ ਹੈਗਾ। 2 ਹੋਮਵਰਕ ਦੇ ਰਿਹਾ ਮੈਂ ਅੱਜ, ਇਹ ਦੂਸਰਾ ਹੋਮਵਰਕ ਹੈ ਤੁਹਾਡਾ। ਲੇਕਿਨ ਇਹ ਸਾਰਾ ਚੈਪਟਰ ਜਦੋਂ ਤੁਸੀਂ ਪੜ੍ਹੋਗੇ ਇਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ 1 ਕੋਰਿੰਥੀਅਨ ਚੈਪਟਰ 14 ਦੇ ਵਿੱਚ ਇਹ ਟੰਗਸ ਦੇ ਬਾਰੇ ਲਿਖਿਆ ਹੋਇਆ। ਇਹਦੇ ਵਿੱਚ ਪਤਾ ਲੱਗਦਾ ਕਿ ਉਹਨਾਂ ਟੰਗਸ ਦਾ ਮਤਲਬ ਵੀ ਹੈ, ਉਹ ਮੀਨਿੰਗ ਹੈ, ਉਹ ਰੱਬ ਅੰਡਰਸਟੈਂਡ ਕਰਦਾ ਹੈ ਉਹਨਾਂ ਨੂੰ। ਸੋ ਪਰ ਬਣੋ, ਜਾਣੀ ਕਿ ਐਵੇਂ ਖੋਖਰੀਆਂ ਗੱਲਾਂ ਨਹੀਂ ਆ ਇਹ, ਬਲਕਿ ਸ਼ਬਦ ਨੇ ਜਿਹਦੇ ਵਿੱਚ ਬਹੁਤ ਵੱਡੀ ਬਰਕਤ ਆ। ਤੁਸੀਂ ਆਪ ਹੀ ਕਿਸੇ ਦੇ ਨਾਲ ਬਹਿ ਜਾਓ, ਉਹਨੂੰ ਬੋਲੀ ਜਾਓ, ਉਹਦੇ ਕੰਨ ਤੇ ਬਹਿ ਕੇ, ਉਹਦੇ ਕੰਨ ਜਿਹਨਾਂ ਕਹਿੰਦੇ ਨੇ ਆਪਣੇ ਪੰਜਾਬੀ ਦੇ ਕੰਨ ਭਰੀ ਜਾਓ, ਉਹਦੇ ਅਸਰ ਹੋਣਾ ਸ਼ੁਰੂ ਹੋ ਜਾਏਗਾ। ਇਹਨਾਂ ਬੋਲ ਕੇ ਕੰਨ ਭਰ ਕੇ ਅਸਰ ਹੋ ਗਿਆ। ਹੁਣ ਤੁਸੀਂ ਆਪੇ ਸੋਚੋ, ਜੇ ਆਪਾਂ ਟੰਗਸ ਵਿੱਚ ਬੋਲੀ ਚੱਲੀ, ਦੁਆ ਕਰੀ ਚੱਲੀ, ਤੁਸੀਂ ਸੋਚਦੇ ਹੋ ਕਿ ਰੱਬ ਟਸ ਤੋਂ ਮਸ ਨਹੀਂ ਹੋਵੇਗਾ? ਜਦੋਂ ਆਪਾਂ ਆਪਣਾ ਮੂੰਹ ਖੋਲਦੇ ਹਾਂ, ਜਦੋਂ ਆਪਾਂ ਦੂਸਰੀਆਂ ਬੋਲੀਆਂ 'ਚ ਦੁਆ ਕਰਦੇ ਹਾਂ ਪ੍ਰਭੂ ਦੇ ਭੈਣੋ, ਉਦੋਂ ਆਪਣੀਆਂ ਦੁਆਵਾਂ ਸਿੱਧੀਆਂ ਪਰਮੇਸ਼ਰ ਤੱਕ ਪਹੁੰਚਦੀਆਂ ਨੇ ਤੇ ਬਰਕਤ ਲੈ ਕੇ ਵਾਪਸ ਆਉਂਦੀਆਂ ਨੇ। ਆਪਾਂ ਨੂੰ ਆਸ਼ੀਰਵਾਦ ਮਿਲਦਾ ਆ। ਇਹਦੇ ਵਿੱਚ ਬਹੁਤ ਵੱਡੇ ਖਜ਼ਾਨੇ ਮਿਲੇ ਹੋਏ ਨੇ। ਜਿਨ੍ਹਾਂ ਨੂੰ ਭੈਣੋ ਭਰਾਵੋ, ਜਿਨ੍ਹਾਂ ਨੂੰ ਰੂਹ ਦੇ ਬੈਪਟਿਜ਼ਮ ਮਿਲੇ ਨੇ, ਰੂਹ ਦਾ ਬੈਪਟਿਜ਼ਮ ਮਿਲਿਆ ਆ, ਕਿਰਪਾ ਕਰਕੇ ਪ੍ਰਭੂ ਦੇ ਭੈਣੋ ਇਸ ਬਰਕਤ ਨੂੰ ਗੁੰਮਣ ਨਾ ਦਿਓ। ਇਹਦੇ ਵਿੱਚ ਬਣੇ ਰਹੋ, ਦੂਜੀਆਂ ਬੋਲੀਆਂ ਦੇ ਵਿੱਚ ਵੱਧਦੇ ਰਹੋ, ਦੁਆ ਕਰਦੇ ਰਹੋ। ਇਹ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਬਰਕਤ ਆ, ਬਹੁਤ ਵੱਡਾ ਆਸ਼ੀਰਵਾਦ ਹੈ। ਇਹਦੇ ਪਿੱਛੇ ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਹੈ। ਜੇ ਪੈਂਟੇਕੋਸ ਨਾ ਆਉਂਦਾ, ਚੇਲਿਆਂ ਦੇ ਕਰਤੱਵ ਵੀ ਨਹੀਂ ਰਹਿਣਾ ਸੀ, ਕੋਰਿੰਥੀਅਨ ਦੀ ਕਿਤਾਬਾਂ ਵੀ ਨਹੀਂ ਰਹਿਣੀਆਂ ਸੀਗੀਆਂ, ਨਾ ਟਿਮੋਥੀ, ਨਾ ਥੈਸਲੋਨੀਅਨ, ਨਿਊ ਟੈਸਟਾਮੈਂਟ ਵੀ ਖਤਮ ਹੋ ਜਾਣਾ ਸੀਗਾ। ਜੇ ਪਵਿੱਤਰ ਆਤਮਾ ਨਾ ਆਉਂਦਾ ਤੇ ਮਤੀ, ਮਰਕਸ, ਲੂਕਾ ਦੇ ਵਿੱਚ ਜਹੰਨਾ ਜਿਹੜੇ ਪ੍ਰਭੂ ਨੇ ਵਾਅਦੇ ਕੀਤੇ ਸੀ ਉਹ ਵੀ ਫੇਲ ਹੋ ਜਾਣੇ ਸੀ। ਜਾਣੀ ਕਿ ਮਤੀ, ਮਰਕਸ, ਲੂਕਾ, ਜਹੰਨਾ ਵੀ ਨਹੀਂ ਲਿਖੇ ਜਾਣੇ ਸੀਗੇ। ਕਹਿ ਲਓ ਤਾਂ, ਕਿਉਂ ਝੂਠ ਨੂੰ ਕੌਣ ਲਿਖੇਗਾ? ਪਵਿੱਤਰ ਆਤਮਾ ਆਉਣ ਦੇ ਨਾਲ ਹੀ ਨਵਾਂ ਨੇਮ ਖੜਾ ਹੋਇਆ ਤੇ ਇਹਦੇ ਨਾਲ ਬਰਕਤ ਸਾਰੀ ਦੁਨੀਆ ਨੂੰ ਮਿਲੀ, ਆਪਾਂ ਸਭ ਨੂੰ ਮਿਲੀ। ਇਹਦੇ ਪਿੱਛੇ ਬਹੁਤ ਵੱਡੀ ਬਰਕਤ ਆ। ਨਵਾਂ ਨੇਮ ਭਰਿਆ ਪਿਆ ਆ, ਰੂਹ ਦੇ ਬਾਰੇ, ਦੂਸਰੀਆਂ ਬੋਲੀਆਂ ਦੇ ਬਾਰੇ ਗੱਲ ਕਰਦਾ ਪਿਆ ਆ। ਪ੍ਰਭੂ ਦੇ ਭੈਣੋ, ਇਸ ਬਰਕਤ ਨੂੰ ਆਪਾਂ ਗੁੰਮਣ ਨਾ ਦੇਈਏ, ਇਹਦੇ ਵਿੱਚ ਵਧੀਏ, ਰੂਹ ਦੇ ਵਿੱਚ ਅੱਗੇ ਵਧੀਏ। ਹੁਣ ਆਪਣੇ ਕੋਲ ਮੌਕਾ ਆ ਇਹਦੇ ਵਿੱਚ ਵਧਣ ਦਾ, ਇਹ ਆਸ਼ੀਰਵਾਦ ਪ੍ਰਾਪਤ ਕਰੀਏ। ਆਖਿਰ ਦੇ ਵਿੱਚ ਪ੍ਰਭੂ ਦੇ ਭੈਣੋ ਦੇਖਾਂਗੇ ਪਰਮੇਸ਼ਰ ਦੇ ਵਚਨ ਵਿੱਚ ਦੂਸਰਾ ਵਰਸ ਪੜਾਂਗੇ ਆਪਾਂ 1 ਕੋਰਿੰਥੀਅਨ ਚੈਪਟਰ 14 ਵਰਸ 2। ਹਾਂਜੀ, ਪਹਿਲਾ ਕੋਰਿੰਥੀਅਨ ਚੈਪਟਰ 14 ਵਰਸ 2 ਜੀ।
ਜੋ ਮਨੁੱਖ ਪੁਰਾਣੀਆਂ ਬੋਲੀਆਂ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਬੋਲਦਾ, ਸਗੋਂ ਪਰਮੇਸ਼ਰ ਨਾਲ ਬੋਲਦਾ ਹੈ। ਦੇਖੋ ਕਨਫਰਮ ਹੋ ਗਿਆ ਨਾ, ਜਦੋਂ ਤੁਸੀਂ ਦੂਜੀਆਂ ਬੋਲੀਆਂ ਬੋਲ ਰਹੇ ਹੋ, ਹਾਂ ਤੁਹਾਨੂੰ ਲੱਗੇ ਵੀ ਕੋਈ ਸੁਣਦਾ ਜਾਂ ਨਹੀਂ ਸੁਣਦਾ, ਰੱਬ ਸੁਣ ਰਿਹਾ ਹੁੰਦਾ ਆ। ਆਮੇਨ। ਤੁਹਾਨੂੰ ਪਤਾ ਜਦੋਂ ਛੋਟਾ ਬੇਬੀ ਪੈਦਾ ਹੁੰਦਾ, ਉਹ ਵੀ ਬੋਲ ਰਿਹਾ ਹੁੰਦਾ, ਲੇਕਿਨ ਉਹ ਬੇਬੀ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਉਹਦੀ ਮਾਂ ਜਾਂ ਉਹਦਾ ਪਿਓ ਉਹਨੂੰ ਸੁਣ ਰਿਹਾ ਆ। ਲੇਕਿਨ ਉਹਦੀ ਮਾਂ ਵੀ ਉਹਨੂੰ ਸੁਣ ਰਹੀ ਹੁੰਦੀ ਆ, ਉਹਦਾ ਪਿਓ ਵੀ ਉਹਨੂੰ ਸੁਣ ਰਿਹਾ ਹੁੰਦਾ ਆ, ਉਹਦੀ ਮਾਂ ਵੀ ਉਹਨੂੰ ਦੇਖ ਰਹੀ ਹੁੰਦੀ ਆ, ਉਹਦਾ ਪਿਓ ਵੀ ਉਹਨੂੰ ਦੇਖ ਰਿਹਾ ਹੁੰਦਾ ਆ। ਲੇਕਿਨ ਉਸ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਮੈਨੂੰ ਮਾਂ-ਬਾਪ ਦੇਖਦੇ ਨੇ। ਜੇ ਤੁਸੀਂ ਉਹਦੇ ਮੋਰੀ ਐਂ ਹੱਥ ਵੀ ਕਰੋਗੇ, ਹਜੇ ਉਹਦੀਆਂ ਅੱਖਾਂ ਵੀ ਐਂ ਪਿੱਛੇ ਨਹੀਂ ਘੁੰਮਦੀਆਂ, ਐਂ ਤੇ ਹੱਥ ਕਰੋਗੇ ਅੱਖਾਂ ਲੇਟ ਹੋ ਜਾਂਦੀਆਂ ਨੇ। ਕੁਛ ਚਿਰ ਤੋਂ ਬਾਅਦ ਜਾ ਕੇ ਫਿਰ ਉਹਦੀਆਂ ਅੱਖਾਂ ਉਹਨਾਂ ਉਂਗਲਾਂ ਨੂੰ ਫੜਨ ਲੱਗਦੀਆਂ ਨੇ। ਫਿਰ ਉਹਨੂੰ ਸਮਝ ਲੱਗਣ ਲੱਗਦੀ ਆ ਵੀ ਮੇਰੀ ਮੰਮੀ ਮੈਨੂੰ ਦੇਖ ਰਹੀ ਆ, ਮੇਰਾ ਡੈਡੀ ਵੀ ਮੈਨੂੰ ਦੇਖ ਰਿਹਾ ਆ। ਲੇਕਿਨ ਪਹਿਲਾਂ ਨਹੀਂ, ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਦੋਂ ਆਪਾਂ ਦੂਜੀਆਂ ਬੋਲੀਆਂ ਪ੍ਰੇ ਕਰਦੇ ਹਾਂ, ਪ੍ਰਾਪਤ ਨੂੰ ਆਪਾਂ ਨੂੰ ਲੱਗਦਾ ਵੀ ਆਪਣਾ ਰੱਬ ਆਪਾਂ ਨੂੰ ਸੁਣ ਨਹੀਂ ਰਿਹਾ ਹੁੰਦਾ, ਲੇਕਿਨ ਵਚਨ ਕਹਿੰਦਾ ਹੈ ਕਿ ਆਪਣਾ ਰੱਬ ਆਪਾਂ ਨੂੰ ਸੁਣ ਰਿਹਾ ਹੁੰਦਾ ਆ। ਆਪਣੀਆਂ ਆਵਾਜ਼ਾਂ ਰੱਬ ਦੇ ਕੰਨਾਂ ਤੱਕ ਪਹੁੰਚਦੀਆਂ ਹੁੰਦੀਆਂ ਨੇ ਤੇ ਪ੍ਰਭੂ ਬਰਕਤ ਆ ਰਹੀ ਹੁੰਦੀ ਆ, ਬਰਕਤ ਰਾਜ ਹੁੰਦੀ ਆ, ਆਪਾਂ ਨੂੰ ਪਤਾ ਨਹੀਂ ਹੁੰਦਾ ਲੇਕਿਨ ਆ ਰਹੀ ਹੁੰਦੀ ਆ ਤੇ ਛੇਤੀ ਹੀ ਆਪਾਂ ਦੇ ਉੱਤੇ ਉਤਰ ਆਵੇਗੀ। ਲੇਕਿਨ ਰੂਹ ਦੇ ਵਿੱਚ ਬਣੇ ਰਹੀਏ, ਇਹੀ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈ। ਦੇਖਾਂਗੇ ਵਚਨ ਦੇ ਵਿੱਚ ਆਖਰੀ ਵਰਸ, ਲਾਸਟ ਵਰਸ ਪੜਾਂਗੇ। ਹਾਂਜੀ, ਚੌਥਾ ਵਰਸ ਦੇਖੋ ਇਹਦਾ, 1 ਕੋਰਿੰਥੀਅਨ ਚੈਪਟਰ 14 ਵਰਸ 4 ਦੇਖਾਂਗੇ ਕਿ ਕੀ ਲਿਖਿਆ ਆ ਜਦੋਂ ਆਪਾਂ ਦੂਜੀਆਂ ਬੋਲੀਆਂ ਦੁਆ ਕਰਦੇ ਆ। ਹਾਂਜੀ, ਜੋ ਮਨੁੱਖ ਪੁਰਾਣੀਆਂ ਬੋਲੀਆਂ ਬੋਲਦਾ ਹੈ ਉਹ ਕੇਵਲ ਆਪਣੇ ਵਿਸ਼ਵਾਸ ਨੂੰ ਹੀ ਉਸਾਰਦਾ ਹੈ, ਪਰ ਜੋ ਪਰਮੇਸ਼ਰ ਦਾ ਸੰਦੇਸ਼ ਸੁਣਾਉਂਦਾ ਹੈ ਉਹ ਪੂਰੀ ਵਿਸ਼ਵਾਸ ਸੰਗਤ ਦੀ ਉਸਾਰੀ ਕਰਦਾ ਹੈ। ਹਾਲੇਲੂਇਆ। ਜਦੋਂ ਤੁਸੀਂ ਦੂਜੀਆਂ ਬੋਲੀਆਂ ਬੋਲਦੇ ਹੋ, ਤੁਸੀਂ ਆਪਣੇ ਆਪ ਨੂੰ ਐਡੀਫਾਈ ਕਰਦੇ ਹੋ। ਆਮੇਨ। ਤੁਹਾਡਾ ਵਿਸ਼ਵਾਸ ਵੀ ਐਡੀਫਾਈ ਹੋ ਜਾਂਦਾ ਹੈ। ਆਮੇਨ। ਦੂਸਰੀਆਂ ਬੋਲੀਆਂ ਬੋਲਣ ਦੇ ਨਾਲ ਤੁਹਾਡੀ ਰੂਹਾਨੀ ਜ਼ਿੰਦਗੀ ਮਾਲੋ-ਮਾਲ ਹੋ ਜਾਂਦੀ ਹੈ, ਪਰਮੇਸ਼ਰ ਦੇ ਆਸ਼ੀਰਵਾਦ ਨਾਲ ਭਰ ਜਾਂਦੀ ਹੈ, ਪਰਮੇਸ਼ਰ ਦੀ ਬਰਕਤ ਨਾਲ ਭਰ ਜਾਂਦੀ ਹੈ। ਆਮੇਨ। ਪ੍ਰਭੂ ਇਸ ਪਵਿੱਤਰ ਆਤਮਾ ਨੂੰ ਸਵੀਕਾਰ ਕਰਨ ਦੇ ਵਾਸਤੇ 4 ਪੁਆਇੰਟ ਮੈਂ ਤੁਹਾਨੂੰ ਸ਼ੇਅਰ ਕਰਾਂਗਾ। ਚੱਲ ਰਹੇ ਪਹਿਲੇ ਨੰਬਰ ਤੇ ਡਿਜ਼ਾਇਰ ਰੱਖੋ। ਪੜਾਂਗੇ ਆਪਾਂ ਆਖਰੀ ਵਰਸ ਮਰਕਸ 11 ਦਾ 24ਵਾਂ ਵਰਸ ਦੇਖੋ। ਮਾਰਕ ਚੈਪਟਰ 11 ਵਰਸ 24। 4 ਚੀਜ਼ਾਂ ਤੁਹਾਨੂੰ ਸ਼ੇਅਰ ਕਰਾਂਗਾ ਜਿਨ੍ਹਾਂ ਨੂੰ ਰੂਹ ਦਾ ਬੈਪਟਿਜ਼ਮ ਨਹੀਂ ਮਿਲਿਆ ਜਾਂ ਜਿਹੜੇ ਰੂਹ ਦਾ ਬੈਪਟਿਜ਼ਮ ਪ੍ਰਾਪਤ ਕਰਨਾ ਚਾਹੁੰਦੇ ਨੇ। ਪਹਿਲੇ ਨੰਬਰ ਤੇ ਇਹਨੂੰ ਡਿਜ਼ਾਇਰ ਕਰੋ। ਇਹ ਇੰਜ ਨਹੀਂ ਕਿ ਡਿਜ਼ਾਇਰ ਕਰੇ ਤੋਂ ਬਿਨਾਂ ਨਹੀਂ ਮਿਲਦਾ। ਡਿਜ਼ਾਇਰ ਕਰੋ, ਇਹਨੂੰ ਲੋਚੋ, ਇਹਨੂੰ ਭਾਲੋ, ਇਹਨੂੰ ਢੂੰਡੋ ਦਿਲ ਦੇ ਨਾਲ, ਪੂਰੇ ਦਿਲ ਦੇ ਨਾਲ, ਪੂਰੇ ਮਨ ਦੇ ਨਾਲ। ਆਮੇਨ। ਡਿਜ਼ਾਇਰ ਬਣਾਈ ਰੱਖੋ। ਦੂਸਰੇ ਨੰਬਰ ਤੇ ਰੱਬ ਤੋਂ ਮੰਗੋ, ਸਿੰਪਲੀ ਮੰਗੋ, ਪ੍ਰਭੂ ਜੀ ਮੈਨੂੰ ਰੂਹ ਦਾ ਬੈਪਟਿਜ਼ਮ ਚਾਹੀਦਾ ਹੈ। ਮੰਗੋ, ਜਿਉਂ ਡਿਜ਼ਾਇਰ ਕਰਦੇ ਹੋ ਤਿਉਂ ਰੱਬ ਨੂੰ ਮੰਗੀ ਜਾਓ। ਆਮੇਨ। ਤੀਸਰੇ ਨੰਬਰ ਤੇ ਵਿਸ਼ਵਾਸ ਕਰੋ। ਜਸਟ ਵਿਸ਼ਵਾਸ ਕਰੋ ਕਿ ਇਹ ਮੇਰੇ ਲਈ ਆ, ਇਹ ਮੈਨੂੰ ਮਿਲੇਗਾ, ਮੇਰੇ ਤੱਕ ਪਹੁੰਚੇਗਾ। ਤੇ ਚੌਥੇ ਨੰਬਰ ਤੇ ਯੀਲਡ ਕਰੋ, ਯਾਨੀ ਕਿ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਮੁਤਾਬਿਕ ਚੱਲੋ। ਤੁਹਾਡਾ ਦਿਲ ਕਰੇਗਾ ਜਦੋਂ ਰੱਬ ਦੀ ਹਜ਼ੂਰੀ ਤੁਹਾਡੇ ਤੇ ਆ ਜਾਏਗੀ, ਕਿਉਂਕਿ ਤੁਸੀਂ ਇਹਨਾਂ ਡਿਜ਼ਾਇਰ ਕਰ ਰਹੇ ਹੋ, ਜਦੋਂ ਰੱਬ ਦੀ ਹਜ਼ੂਰੀ ਤੁਹਾਡੇ ਤੇ ਆ ਜਾਏਗੀ, ਇੱਕਦਮ ਤੁਹਾਡਾ ਦਿਲ ਕਰੇਗਾ ਕੁਝ ਬੋਲਣ ਲਈ। ਜਦੋਂ ਕੁਝ ਦਿਲ ਕਰੇ ਬੋਲਣ ਲਈ, ਉਦੋਂ ਰੋਕੋ ਨਾ, ਬਲਕਿ ਬੋਲਣਾ ਸ਼ੁਰੂ ਕਰ ਦਿਓ ਬਾਈ ਫੇਥ, ਤੇ ਤੁਸੀਂ ਰੂਹ ਦੇ ਨਾਲ ਭਰ ਜਾਵੋਗੇ। ਆਮੇਨ। ਜਿਸ ਤਰ੍ਹਾਂ ਕੋਈ ਹਾਸੇ ਦੀ ਗੱਲ ਸੁਣਾਉਂਦਾ ਆ, ਤੁਹਾਡਾ ਦਿਲ ਕਰਦਾ ਹੱਸਣ ਦਾ। ਆਮੇਨ। ਲੇਕਿਨ ਜਿਵੇਂ ਪਹਿਲਾਂ ਕਹਾਂ ਵੀ ਹਾਸੇ ਦੀ ਗੱਲ ਸੁਣਾਉਣ ਤੋਂ ਪਹਿਲਾਂ ਹੀ ਹੱਸੋ ਬਈ, ਨਹੀਂ ਹਾਸਾ ਆਏਗਾ ਕਿਸੇ ਨੂੰ। ਕਿਸੇ ਨੇ ਹਾਸੇ ਦੀ ਗੱਲ ਸੁਣਾਈ, ਹੁਣ ਹਾਸਾ ਆ ਗਿਆ। ਕਿਸੇ ਨੇ ਕੋਈ ਐਸੀ ਗੱਲ ਸੁਣਾਤੀ, ਸਾਨੂੰ ਰੋਣਾ ਆ ਗਿਆ। ਬਿਲਕੁਲ ਜਿਸ ਤਰ੍ਹਾਂ ਗੱਲ ਸੁਣਾਉਣ ਦੇ ਨਾਲ ਰੋਣਾ ਆ ਜਾਂਦਾ, ਗੱਲ ਸੁਣਾਉਣ ਦੇ ਨਾਲ ਹੱਸਣਾ ਆ ਜਾਂਦਾ, ਉੱਦਾਂ ਹੀ ਗੱਲ ਸੁਣਾਉਣ ਦੇ ਨਾਲ ਬੋਲਣਾ ਵੀ ਆ ਜਾਂਦਾ। ਆਮੇਨ। ਜਦੋਂ ਰੱਬ ਦੀ ਆਵਾਜ਼ ਆਵੇ, ਉਹ ਗੱਲ ਸੁਣਾਵੇ, ਜਦੋਂ ਤੁਹਾਡਾ ਡਿਜ਼ਾਇਰ ਕਰੇ, ਤੁਹਾਡਾ ਦਿਲ ਕਰੇ, ਉਦੋਂ ਪ੍ਰਭੂ ਦੂਸਰੀ ਬੋਲੀ ਬੋਲ ਲਓ ਤੁਸੀਂ। ਆਮੇਨ। ਇਹ ਇੰਨਾ ਸਿੰਪਲ ਹੈ, ਬਾਈ ਫੇਥ ਹੈ। ਆਮੇਨ। ਜਿਸ ਤਰ੍ਹਾਂ ਬਾਈ ਫੇਥ ਅਸੀਂ ਮੁਕਤੀ ਲੈ ਲਈ, ਜਿਸ ਤਰ੍ਹਾਂ ਬਾਈ ਫੇਥ ਅਸੀਂ ਸ਼ਿਫਾ ਲੈਂਦੇ ਹਾਂ, ਤੰਦਰੁਸਤੀ ਲੈਂਦੇ ਹਾਂ, ਉੱਦਾਂ ਹੀ ਬਾਈ ਫੇਥ ਅਸੀਂ ਪਵਿੱਤਰ ਆਤਮਾ ਨੂੰ ਲੈਂਦੇ ਹਾਂ ਅਤੇ ਉਹਦੀ ਭਰਪੂਰੀ ਨੂੰ ਵੀ ਲੈਂਦੇ ਹਾਂ। ਆਮੇਨ। ਇਹ ਅੱਜ ਦਾ ਸੁਨੇਹਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀਗਾ। ਲਾਸਟ ਵਰਸ ਹੈਗਾ, ਪੜਾਂਗੇ ਮਰਕਸ 11 ਉਹਦਾ 24ਵਾਂ ਵਰਸ। ਦੇਖੋ ਕੀ ਲਿਖ ਕਹਿੰਦਾ ਆ ਜੀ। ਹਾਂਜੀ। ਇਹ ਸੁਣ ਕੇ ਚੇਲੇ ਬਹੁਤ ਹੈਰਾਨ ਹੋਏ। ਮਾਰਕ 11:24। ਹਾਂਜੀ। ਇਸ ਲਈ ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਮੰਗੋ, ਵਿਸ਼ਵਾਸ ਕਰੋ ਕਿ ਉਹ ਤੁਹਾਨੂੰ ਮਿਲ ਗਿਆ ਹੈ, ਤਾਂ ਉਹ ਤੁਹਾਨੂੰ ਸੱਚਮੁੱਚ ਮਿਲ ਜਾਵੇਗਾ। ਹਾਲੇਲੂਇਆ। ਆਮੇਨ। ਵਿਸ਼ਵਾਸ ਕਰੋ ਕਿ ਤੁਹਾਨੂੰ ਮਿਲ ਗਿਆ ਹੈ ਤੇ ਉਹ ਸੱਚਮੁੱਚ ਤੁਹਾਨੂੰ ਮਿਲ ਜਾਵੇਗਾ।
ਆਮੇਨ। ਆਓ ਇੱਕ ਦੁਆ ਕਰੀਏ ਅੱਜ ਦੇ ਇਸ ਸੁਨੇਹੇ ਵਾਸਤੇ। ਪਰਮੇਸ਼ਰ ਪਿਤਾ ਯਿਸੂ ਮਸੀਹ ਨਾਸਰੀ ਨਾਮ ਦੇ ਵਿੱਚ ਮੈਂ ਪ੍ਰੇਅਰ ਕਰਦਾ ਹਾਂ ਉਹਨਾਂ ਭੈਣ ਭਰਾਵਾਂ ਦੇ ਲਈ ਜਿਹੜੇ ਇਹ ਰੂਹ ਦਾ ਬਪਤਿਸਮਾ ਭਾਲ ਰਹੇ ਨੇ, ਜਿਨ੍ਹਾਂ ਨੂੰ ਰੂਹ ਦਾ ਬਪਤਿਸਮਾ ਹਜੇ ਨਹੀਂ ਮਿਲਿਆ। ਮੇਰੀ ਪ੍ਰੇਅਰ ਆ ਪ੍ਰਭੂ ਜੀ ਕਿ ਉਹ ਪੂਰੇ ਦਿਲ ਨਾਲ ਵਿਸ਼ਵਾਸ ਕਰਨ ਕਿ ਉਹਨਾਂ ਨੂੰ ਇਹ ਮਿਲ ਗਿਆ ਆ ਤੇ ਉਹਨਾਂ ਨੂੰ ਮਿਲ ਜਾਵੇ। ਆਪਣੇ ਘਰੇ ਬੈਠੇ ਬੈਠੇ ਹੀ ਉਹਨਾਂ ਨੂੰ ਆਪਣੀ ਹਜ਼ੂਰੀ ਨਾਲ ਭਰ ਦਿਓ, ਆਪਣੀ ਅੱਗ ਨਾਲ ਭਰ ਦਿਓ, ਤਾਂ ਕਿ ਦੂਸਰੀਆਂ ਬੋਲੀਆਂ ਦੇ ਵਿੱਚ ਪਰਮੇਸ਼ਰ ਦੀ ਵਡਿਆਈ ਕਰ ਸਕਣ। ਮੈਂ ਬੇਨਤੀ ਕਰਦਾ ਪ੍ਰਭੂ ਜੀ ਉਹਨਾਂ ਭੈਣ ਭਰਾਵਾਂ ਦੇ ਲਈ ਜਿਨ੍ਹਾਂ ਨੇ ਰੂਹ ਦਾ ਬਪਤਿਸਮਾ ਪ੍ਰਾਪਤ ਵੀ ਕੀਤਾ ਸੀ ਲੇਕਿਨ ਗਵਾ ਲਿਆ ਆ। ਮੇਰੀ ਪ੍ਰੇਅਰ ਆ ਪ੍ਰਭੂ ਜੀ ਕਿ ਉਹ ਵਾਪਸ ਆ ਜਾਵੇ, ਦੁਬਾਰਾ ਫਿਰ ਤੁਹਾਡਾ ਮਸਾ, ਤੁਹਾਡੀ ਹਜ਼ੂਰੀ ਆ ਕੇ ਉਹਨਾਂ ਨੂੰ ਛੂਵੇ, ਤਾਂ ਕਿ ਉਹਨਾਂ ਦੇ ਉੱਤੇ ਦੁਬਾਰਾ ਫਿਰ ਪਵਿੱਤਰ ਆਤਮਾ ਦੀ ਇਹ ਬਰਕਤ ਉਤਰ ਆਵੇ। ਪਰਮੇਸ਼ਰ ਪਿਤਾ ਮੈਂ ਬੇਨਤੀ ਕਰਦਾ ਹਾਂ ਯਿਸੂ ਨਾਮ ਦੇ ਵਿੱਚ ਉਹਨਾਂ ਦੇ ਲਈ ਵੀ ਜਿਹੜੇ ਹਜੇ ਇਸ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ। ਮੇਰੀ ਪ੍ਰੇਅਰ ਆ ਪ੍ਰਭੂ ਜੀ ਕਿ ਏਡੇ ਵੱਡੇ ਖਜ਼ਾਨੇ, ਏਡੀ ਵੱਡੀ ਬਰਕਤ ਜਿਹੜੀ ਤੁਸੀਂ ਦਿੱਤੀ ਆ, ਇਸ ਬਰਕਤ ਵਿੱਚ ਸਾਡੇ ਭੈਣ ਭਰਾ ਵਿਸ਼ਵਾਸ ਕਰ ਸਕਣ। ਯਿਸੂ ਨਾਮ 'ਚ ਮੰਗਦਾ ਹਾਂ, ਇਹ ਮੇਰੀ ਦੁਆ ਆ। ਤੁਹਾਡਾ ਧੰਨਵਾਦ ਕਰਦਾ ਹਾਂ। ਸਭ ਨੂੰ ਆਪਣਾ ਆਸ਼ੀਰਵਾਦ ਦੇਵੋ ਤੁਹਾਡੇ ਪਵਿੱਤਰ ਤੇ ਮਿੱਠੇ ਨਾਮ ਦੇ ਵਿੱਚ। ਆਮੀਨ, ਆਮੀਨ।